ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਸਵਾਗਤ ਤੁਹਾਡੇ ਖਾਸ ਪ੍ਰੋਗਰਾਮ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੈ ਵੀ ਇਸ ਮੰਚ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜਿਹੜਾ ਐਕਸਪਰਟਸ ਨੂੰ ਰੂਬਰੂ ਕਰਾਈਦਾ, ਉਹ ਐਕਸਪਰਟ ਜਿਹੜੇ ਸਟੱਡੀ ਵੀਜ਼ਾ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਨੇ, ਤੁਹਾਡੇ ਨਾਲ ਸਿੱਧੀ ਜਿਹੜੀ ਗੱਲਬਾਤ ਕਰਦੇ ਨੇ, ਲਾਈਵ ਗੱਲਬਾਤ ਕਰਕੇ ਤੁਸੀਂ ਜਿਹੜਾ ਆਪਣਾ ਸਵਾਲ ਉਹਨਾਂ ਨੂੰ ਪੁੱਛਦੇ ਹੋ ਤੇ ਜਿਹੜਾ ਦੇਸ਼ ਤੋਂ ਵਿਦੇਸ਼ ਤੱਕ ਦਾ ਜਿਹੜਾ ਤੁਹਾਡਾ ਸੁਪਨਾ ਜਿਹੜਾ ਉਸ ਦੇ ਬਾਰੇ ਗੱਲ ਕਰਦੇ ਹੋ। ਸੋ ਐਜੂਕੇਸ਼ਨ ਅਬਰੋਡ ਕੰਸਲਟੈਂਟਸ ਤੋਂ ਜਤਿੰਦਰ ਜੀ ਅੱਜ ਫਿਰ ਮੇਰੇ ਨਾਲ ਨੇ। ਪਹਿਲਾਂ ਸਵਾਗਤ ਕਰ ਲਈਏ ਸਰ, ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਕੁਲਦੀਪ ਜੀ। ਸੋ ਯੂਕੇ ਤੋਂ ਮੈਂ ਸ਼ੁਰੂ ਕਰਾਂਗਾ। ਬੜੇ ਅੱਜ ਵੀਜ਼ਾ ਯੂਕੇ ਦੇ ਦਿਖਾਏ ਜਾ ਰਹੇ ਨੇ, ਹਰ ਇੱਕ ਕੰਸਲਟੈਂਟ ਵੱਲੋਂ ਦਿਖਾਇਆ ਜਾ ਰਿਹਾ। ਬੱਚੇ ਵੀ ਬਹੁਤ ਜਿਹੜੇ ਯੂਕੇ ਦੇ ਲਈ ਅਪਲਾਈ ਕਰ ਰਹੇ ਨੇ ਨਾ। ਸੋ ਕਾਰਨ ਕੀ ਹੈ ਵੀ ਆਸਟ੍ਰੇਲੀਆ ਰਿਜੈਕਸ਼ਨ ਦੇ ਰਿਹਾ, ਟਾਈਮ ਵੱਧ ਲੈ ਰਿਹਾ। ਕੈਨੇਡਾ ਦੇ ਵਿੱਚ ਵੀ ਰਸ਼, ਉੱਥੇ ਵੀ ਫਾਈਲਾਂ ਲੱਗੀਆਂ ਨੂੰ ਬਹੁਤ ਟਾਈਮ ਹੋ ਗਿਆ, ਬੱਚੇ ਵੀ ਬਹੁਤ ਚਲੇ ਗਏ, ਕਹਿੰਦੇ ਕੰਪੀਟੀਸ਼ਨ ਵੀ ਹੈ। ਹੋਰ ਵੀ ਕੋਈ ਕਾਰਨ ਹੈ ਵੀ ਬੱਚਾ ਅੱਜ ਯੂਕੇ ਵੱਲ ਨੂੰ ਜਿਹੜਾ ਜ਼ਿਆਦਾ ਇੰਟਰਸਟ ਦਿਖਾ ਰਿਹਾ? ਮੈਂ ਤਾਂ ਕੁਲਦੀਪ ਜੀ ਸਭ ਤੋਂ ਵੱਡਾ ਕਾਰਨ ਹੈ ਵੀਜ਼ੇ ਦੀ ਸ਼ੋਰਟੀ, ਟਾਈਮ ਪ੍ਰੋਸੈਸ ਘੱਟ। ਕਿਉਂਕਿ ਅੱਜ ਆਪਾਂ ਕੈਨੇਡਾ ਫਾਈਲ ਲਗਾਉਂਦੇ ਆ ਤਾਂ ਕਿਤੇ ਨਾ ਕਿਤੇ ਆਫਰ ਲੈਟਰ ਨੂੰ ਜਿਹੜਾ ਟਾਈਮ ਲੱਗਣਾ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਨਵਰੀ 23 ਇਨਟੇਕ ਕੁਲਦੀਪ ਜੀ ਕਾਫੀ ਕਾਲਜਸ ਦੇ ਵਿੱਚ ਓਪਨ ਹੋ ਚੁੱਕਿਆ ਔਰ ਆਫਰ ਲੈਟਰ ਵੀ ਅਪਲਾਈ ਹੋ ਚੁੱਕੇ ਨੇ ਬੱਚਿਆਂ ਦੇ। ਕੈਨੇਡਾ ਦੀ ਮੈਂ ਗੱਲ ਕਰ ਰਿਹਾ ਇੱਥੇ ਮਈ 23 ਲਈ 20 ਸੀਟਾਂ ਓਪਨ ਹੋਣੀਆਂ ਸਟਾਰਟ ਹੋ ਚੁੱਕੀਆਂ ਨੇ, ਸਤੰਬਰ 23 ਲਈ ਵੀ ਸਟਾਰਟ ਹੋ ਚੁੱਕੀਆਂ ਨੇ। ਸੋ ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਰਸ਼ ਇੰਨਾ ਜ਼ਿਆਦਾ ਕਿ ਅਗਲੇ ਸਾਲ ਦੇ ਆਪਾਂ ਹਜੇ ਮਈ ਦੇ ਵਿੱਚ ਬੈਠੇ ਆ ਤੇ ਮਈ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਗਲੇ ਮਈ ਸਤੰਬਰ ਦੀ ਸੀਟ ਵੀ ਓਪਨ ਨੇ। ਸੋ ਕਿਤੇ ਨਾ ਕਿਤੇ ਰਸ਼ ਆਉਣ ਵਾਲੇ ਸਾਲ 'ਚ ਵੀ ਉੱਥੇ ਵਧੂਗਾ। ਦੂਜੀ ਗੱਲ ਇਹ ਹੈ ਕਿ ਜਿਹੜਾ ਫਾਈਲਿੰਗ ਦਾ ਟਾਈਮ ਹੈ ਨਾ, ਇੱਕ ਹੁੰਦਾ ਕਿ ਚਲੋ ਬੱਚੇ ਨੇ ਫਾਈਲ ਲਗਾਈ 15 ਦਿਨ 20 ਦਿਨ ਮਹੀਨੇ 'ਚ ਰਿਜ਼ਲਟ ਆ ਰਿਹਾ। ਨਹੀਂ, ਕੈਨੇਡਾ ਇਦਾਂ ਨਹੀਂ ਹੋ ਰਿਹਾ। ਮੈਂ ਕਹੂੰਗਾ ਕਿ 10% ਬੱਚਿਆਂ ਦਾ ਰਿਜ਼ਲਟ ਜਲਦੀ ਆ ਰਿਹਾ। ਅਦਰਵਾਈਜ਼ ਜੇ ਮੈਂ ਗੱਲ ਕਰਾਂ ਤਾਂ ਮੈਨੂੰ ਲੱਗਦਾ ਸਤੰਬਰ ਅਕਤੂਬਰ ਦੀਆਂ ਫਾਈਲਾਂ ਦੇ ਰਿਜ਼ਲਟ ਮਾਰਚ ਅਪ੍ਰੈਲ 'ਚ ਆਏ ਨੇ। ਕੱਲ ਸਾਡਾ ਇੱਕ ਵੀਜ਼ਾ ਹੈ, ਉਹਦੀ ਜਿਹੜੀ ਫਾਈਲ ਸੀ ਬੱਚੇ ਦੀ ਮੈਂ ਜਨਵਰੀ 'ਚ ਲਗਾਈ ਸੀਗੀ, ਕਿਉਂਕਿ 4 ਮੰਥ ਬਾਅਦ ਬੱਚੇ ਦਾ ਵੀਜ਼ਾ ਆਇਆ। ਸੋ ਜਦੋਂ ਤਾਂ ਇਹ ਡਿਸੀਜਨ ਜਿਹੜਾ ਪੋਜ਼ਿਟਿਵ ਆਉਂਦਾ ਹੈ ਉਦੋਂ ਤਾਂ ਬੱਚਾ ਕਹਿੰਦਾ ਚਲੋ 4 ਮੰਥ ਲੱਗ ਗਏ, 5 ਲੱਗ ਗਏ। ਤਾਂ ਜੇ ਆਪਾਂ ਓਵਰਆਲ ਪ੍ਰੋਸੈਸ ਦੀ ਗੱਲ ਮੈਨੂੰ ਲੱਗਦਾ 6 ਮੰਥ ਦਾ ਪ੍ਰੋਸੈਸ ਬਣ ਗਿਆ ਕਿ ਪਹਿਲਾਂ ਆਫਰ ਲੈਟਰ ਮੰਗਾਇਆ, ਸਾਰਾ ਕੁਝ ਕੀਤਾ, ਵੇਟ ਕੀਤੀ, 6 ਮੰਥ ਦਾ ਪ੍ਰੋਸੈਸ ਬਣ ਜਾਂਦਾ। ਚਲੋ ਜੇ ਤਾਂ ਉਹਦਾ ਮੁੱਲ ਪੈਂਦਾ ਕਿ ਵੀਜ਼ਾ ਆਉਂਦਾ ਤਾਂ ਬੱਚਾ ਕਿਤੇ ਨਾ ਕਿਤੇ ਖੁਸ਼ ਆ ਵੀ ਚਲੋ ਮੇਰੀ ਮਿਹਨਤ ਵੀ ਮੁੜ ਗਈ। ਏਜੰਟ ਨੂੰ ਵੀ ਹੁੰਦਾ ਕਿ ਚਲੋ ਮੈਂ ਕੰਮ ਕੀਤਾ ਤਾਂ ਉਹਦਾ ਕੰਮ ਦਾ ਫਲ ਮਿਲਿਆ। ਬਟ ਜਦੋਂ ਰਿਫਿਊਜ਼ਲ ਆਉਂਦੀ ਹੈ ਉਦੋਂ ਬੱਚਾ ਕਿਤੇ ਨਾ ਕਿਤੇ ਟੁੱਟਦਾ ਕਿ ਮੇਰੇ 6-7 ਮਹੀਨੇ ਵੀ ਖਰਾਬ ਹੋ ਗਏ, ਮੇਰਾ ਗੈਪ ਵੀ ਵਧਿਆ। ਹੁਣ 2020 ਪਾਸ ਆਊਟ ਬੱਚੇ ਨੇ ਫਾਈਲਾਂ ਲਾਈਆਂ ਸੀ, ਉਹਨਾਂ ਦੀ ਰਿਫਿਊਜ਼ਲਾਂ ਜਾ ਕੇ 6-6 8-8 ਮਹੀਨੇ ਬਾਅਦ 21 ਚ ਆਈਆਂ ਨੇ। ਹੁਣ ਦੁਬਾਰਾ ਫਾਈਲ ਲੱਗਣੀ ਹੈ, ਉਹ ਨਾ ਤਾਂ ਵਿੱਚ ਗੈਪ ਦਾ ਕੁਝ ਨਾ ਕੁਝ ਇਸ਼ੂ ਪੈ ਜਾਣਾ, ਕਿਤੇ ਨਾ ਕਿਤੇ ਰਿਫਿਊਜ਼ਲ ਦਾ ਸਾਹਮਣਾ ਫਿਰ ਤੋਂ ਕਰਨਾ ਪੈਣਾ। ਸੋ ਬੱਚਾ ਇਸ ਕਰਕੇ ਸੋਚਦਾ ਕਿ 6-7 ਮਹੀਨੇ ਮੇਰੇ ਆਲਰੇਡੀ ਖਰਾਬ ਹੋ ਗਏ, ਬੈਟਰ ਹੈ ਮੈਂ ਕਿਸੇ ਇਦਾਂ ਦੀ ਕੰਟਰੀ ਜਾਵਾਂ, ਮੇਰਾ ਡਿਸੀਜਨ ਛੇਤੀ ਬਣੇ। ਕਿਉਂਕਿ ਕਈ ਵਾਰੀ ਬੱਚੇ ਨੂੰ ਆਇਲਸ ਐਗਜ਼ਾਮ ਦਿੰਦੇ ਨੇ, 3-4 ਮਹੀਨੇ ਵੈਸੇ ਨਿਕਲ ਜਾਂਦੇ ਨੇ, ਉਧਰੋਂ ਬੱਚੇ ਦਾ ਆਇਲਸ ਖਤਮ ਹੋਣ ਵਾਲਾ ਹੁੰਦਾ ਹੈ, ਜਾਂ ਕਈ ਵਾਰੀ ਅੰਬੈਸੀ 'ਚ ਫਾਈਲਾਂ ਲੱਗੀਆਂ 'ਚ ਬੱਚਿਆਂ ਦੇ ਆਇਲਸ ਵੀ ਖਤਮ ਹੋਏ, ਬੱਚੇ ਨੇ ਦੁਬਾਰਾ ਕਰਕੇ ਵੈਬ ਫਾਰਮ ਰਾਹੀਂ ਅਪਲੋਡ ਵੀ ਕੀਤੇ। ਪਰ ਯੂਕੇ ਦੇ ਵਿੱਚ ਇਹ ਹੈ ਅੱਜ ਦੀ ਡੇਟ 'ਚ ਵੀ ਸਾਡੇ ਕੋਲੇ ਆਉਣ ਵਾਲੇ 2 ਕੁ ਦਿਨ ਤੱਕ ਜੇ ਤੁਸੀਂ ਵਿਜ਼ਿਟ ਕਰਦੇ ਹੋ ਤਾਂ ਸਾਡੇ ਕੋਲੇ ਜੂਨ 2022 ਇਨਟੇਕ ਓਪਨ ਹੈ ਵਿਦਆਊਟ ਕਿਸੇ ਯੂਨੀਵਰਸਿਟੀ ਦੇ ਪ੍ਰੀ ਕੈਸ ਇੰਟਰਵਿਊ। ਸੋ ਯੂਕੇ ਦਾ ਪ੍ਰੋਸੈਸ ਹੈ ਬੜਾ ਸ਼ਾਰਟ ਜਿਹਾ ਕਿ ਤੁਸੀਂ ਫਸਟ ਆਫ ਆਲ ਆਫਰ ਲੈਟਰ ਅਪਲਾਈ ਕਰਨੀ ਹੈ, ਨਾਲ ਦੀ ਨਾਲ ਬੱਚਾ ਆਪਣੇ ਜਿਹੜੇ ਫੰਡ ਨੇ ਮੇਨਟੇਨ ਕਰਨਾ ਸਟਾਰਟ ਕਰਨ ਦੇ ਵਿੱਚ 28 ਦਿਨ ਪੁਰਾਣੇ ਫੰਡ ਚਾਹੀਦੇ ਹੁੰਦੇ ਨੇ। 28 ਦਿਨ ਪੁਰਾਣੇ ਫੰਡ ਆਪਾਂ ਨੂੰ ਕੈਸ਼ ਲਈ ਰਿਕੁਆਇਰਡ ਨੇ। ਜਦੋਂ ਇੱਕ ਵਾਰੀ ਕੈਸ਼ ਆ ਗਿਆ ਤੁਸੀਂ ਫਾਈਲ ਅੰਬੈਸੀ ਚ ਲਾਉਣੀ ਹੈ, ਫੰਡ ਆਲਰੇਡੀ ਤੁਹਾਡੇ 28 ਦਿਨ ਪੁਰਾਣੇ ਹੈਗੇ ਨੇ ਤਾਂ ਵੀਜ਼ਾ ਤੁਹਾਡਾ ਆ ਜਾਣਾ। ਜੇ ਆਪਾਂ ਗੱਲ ਕਰੀਏ ਤਾਂ 10-15 ਦਿਨ ਚ ਨਾਰਮਲੀ ਜਿਹੜਾ ਹੈਗਾ ਯੂਕੇ ਦਾ ਜਿਹੜਾ ਵੀਜ਼ਾ ਉਹ ਬੱਚੇ ਦਾ ਆ ਜਾਂਦਾ। ਹੁਣ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਫੰਡ ਦੀ ਜਿਹੜੀ ਰਿਕੁਆਇਰਮੈਂਟ ਹੈ, ਸਾਡੇ ਇੱਥੇ ਬੱਚਿਆਂ ਨੂੰ ਸਭ ਤੋਂ ਵੱਡੀ ਇਹ ਕਮੀ ਮਾਰਦੀ ਹੈ ਕਿ ਫੰਡ ਦੀ ਰਿਕੁਆਇਰਮੈਂਟ ਕੀ ਹੈ, ਫੰਡ ਕਿਵੇਂ ਕੰਪਲੀਟ ਹੋਊਗਾ। 15-20 ਲੱਖ ਚਾਹੀਦਾ ਹੈ, ਉਹ ਨਵਾਂ ਤਾਂ ਨਹੀਂ ਕਿਤੇ ਚਾਹੀਦਾ ਜਾਂ ਪੁਰਾਣਾ ਤਾਂ ਨਹੀਂ ਕਿਤੇ ਚਾਹੀਦਾ, ਕੋਈ ਸੋਰਸ ਤਾਂ ਨਹੀਂ ਚਾਹੀਦਾ। ਯੂਕੇ ਦੇ ਵਿੱਚ ਸਭ ਤੋਂ ਚੰਗੀ ਗੱਲ ਹੈ ਕਿ ਤੁਸੀਂ ਸਿਰਫ ਔਰ ਸਿਰਫ ਲਿਵਿੰਗ ਐਕਸਪੈਂਸ ਸ਼ੋਅ ਕਰਨੇ ਨੇ। ਉੱਥੇ 9 ਮਹੀਨੇ ਰਹਿਣ ਦੀ ਇੱਕ ਕੋਸਟ ਸ਼ੋਅ ਕਰਨੀ ਹੈ ਕਿ ਸਾਡੇ ਕੋਲੇ ਉੱਥੇ 9 ਮੰਥ ਦਾ ਲਿਵਿੰਗ ਐਕਸਪੈਂਸ ਹੈਗਾ। ਜੇ ਤੁਸੀਂ ਫੀਸ 1 ਸਾਲ ਦੀ ਪੇ ਕਰਦੇ ਹੋ ਉਹਦੀ ਬਜਾਏ ਜੇ ਤੁਸੀਂ ਫੀਸ 6 ਮੰਥ ਦੀ ਪੇ ਕਰਦੇ ਹੋ, ਪੈਂਡਿੰਗ 6 ਮੰਥ ਦੀ ਫੀਸ ਪਲੱਸ ਤੁਹਾਡੇ ਲਿਵਿੰਗ ਐਕਸਪੈਂਸ। ਇਨਰ ਲੰਡਨ ਜਾਂਦੇ ਹੋ 13-14 ਲੱਖ ਦੇ, ਮੈਂ ਕਹੂੰਗਾ ਕਿ 15 ਲੱਖ ਦੇ ਕਰੋ। ਇਸ ਤੋਂ ਇਲਾਵਾ ਆਊਟਰ ਜਾਂਦੇ ਹੋ ਤਾਂ 11-12 ਲੱਖ ਦੇ, ਉਹ 'ਚ ਵੀ ਮੈਂ ਕਹਿੰਦਾ ਕਿ 13-14 ਲੱਖ ਕਰਿਆ ਕਰੋ, ਕਿਉਂਕਿ ਜਦੋਂ ਪਾਉਂਡ ਦਾ ਰੇਟ ਵੱਧਦਾ ਹੈ ਕਿਤੇ ਨਾ ਕਿਤੇ ਡਿਮਾਂਡ ਵੱਧ ਜਾਂਦੀ, ਫਿਰ ਬੱਚੇ ਨੂੰ ਮੌਕੇ ਤੇ ਦੁਬਾਰਾ ਤੋਂ ਫੰਡ ਜਿਹੜੇ ਆ ਨਵੇਂ ਪਾਉਣੇ ਪੈਂਦੇ ਵਿੱਚ, ਉਹਨਾਂ ਤੋਂ ਫਿਰ ਤੋਂ 28 ਦਿਨ ਵੇਟ ਕਰਨੀ ਪੈਂਦੀ ਹੈ। ਸੋ ਬੈਟਰ 1-2 ਲੱਖ ਐਕਸਟਰਾ ਬਣਾ ਕੇ ਚਲੋ ਉਹਦੇ ਵਿੱਚ। ਦੂਜੇ ਪਾਸੇ ਕੀ ਹੈ ਕਿ ਤੁਹਾਡਾ ਇੱਕ ਵਾਰੀ ਆਫਰ ਲੈਟਰ ਅਪਲਾਈ ਹੋ ਗਿਆ, ਸਾਈਡ ਬਾਈ ਸਾਈਡ ਤੁਹਾਡੇ ਫੰਡ ਮੇਨਟੇਨ ਹੋ ਗਏ, ਮਤਲਬ ਮਹੀਨੇ ਤੋਂ 2 ਮਹੀਨੇ ਦਾ ਪ੍ਰੋਸੈਸ ਤੁਹਾਡਾ ਸਾਰਾ ਕੰਮ ਨਿਬੜਦਾ। ਤੁਹਾਡਾ ਆਫਰ ਲੈਟਰ ਆ ਗਿਆ, ਉਸ ਤੋਂ ਬਾਅਦ ਤੁਹਾਡਾ ਕੈਸ਼ ਆ ਗਿਆ, ਕੈਸ਼ ਤੋਂ ਬਾਅਦ 99.9% ਸ਼ੋਰਟੀ ਹੈ। ਮੇਰੀ ਸ਼ੋਰਟੀ ਈਵਨ ਮੈਂ 100% ਵੀ ਕਹਿ ਸਕਦਾ ਕਿਉਂਕਿ ਕੋਈ ਵੀ ਵੀਜ਼ਾ ਸਾਡਾ ਰਿਫਿਊਜ਼ ਨਹੀਂ ਹੋਇਆ, ਬਟ ਫਿਰ ਵੀ ਮੈਂ ਕਹੂੰਗਾ ਕਿ 99% ਸ਼ੋਰਟੀ ਹੋ ਜਾਂਦੀ ਤੁਹਾਡੇ ਕੈਸ਼ ਆਉਣ ਤੋਂ ਬਾਅਦ ਕਿ ਤੁਹਾਡਾ ਵੀਜ਼ਾ ਆਊਗਾ ਹੀ ਆਊਗਾ। ਸੋ ਆਪਾਂ ਯੂਕੇ ਦੀ ਗੱਲ ਕਰ ਰਹੇ ਹਾਂ, ਤੁਸੀਂ ਦੱਸਿਆ ਵੀ ਵੀਜ਼ਾ ਸਕਸੈਸ ਰੇਟ ਇੱਕ ਵੱਡਾ ਜਿਹੜਾ ਕਾਰਨ ਹੈ ਵੀ ਬੱਚੇ ਅੱਜ ਯੂਕੇ ਅਪਲਾਈ ਕਰ ਰਹੇ ਨੇ ਵੀ ਸ਼ੋਰਿਟੀ ਜਿਹੜੀ ਰਹਿੰਦੀ ਹੈ ਕਿ ਹਾਂ ਵੀਜ਼ਾ ਲੱਗੇਗਾ। ਇੱਕ ਦੋ ਚੀਜ਼ਾਂ ਨੇ, ਪਹਿਲਾਂ ਤਾਂ ਇੰਟਰਵਿਊ ਆ ਗਈ। ਪਹਿਲਾਂ ਅੱਜ ਤੋਂ 5-6 ਮਹੀਨੇ ਪਹਿਲਾਂ ਬੜਾ ਡਰ ਸੀਗਾ ਵੀ ਇੰਟਰਵਿਊ ਆ ਗਈ ਬੱਚੇ ਦੀ, ਵੀਜ਼ਾ ਰਿਜੈਕਟ ਹੋ ਗਿਆ, ਕੈਸ਼ ਲੈਟਰ ਲਈ ਇੰਟਰਵਿਊ ਆ ਗਈ, ਅੰਬੈਸੀ ਦੀ ਇੰਟਰਵਿਊ ਆ ਗਈ, ਬੱਚਾ ਕਹਿੰਦਾ ਮੈਂ ਇੰਟਰਵਿਊ ਦੇ ਨਹੀਂ ਸਕਾਂਗਾ, ਵਿਦਆਊਟ ਆਇਲਸ ਅਪਲਾਈ ਕਰ ਰਿਹਾ ਵੀ ਜੇ ਇੰਗਲਿਸ਼ ਬੋਲਣੀ ਆਉਂਦੀ ਹੁੰਦੀ ਤਾਂ ਮੈਂ ਆਇਲਸ ਕਰ ਲੈਂਦਾ। ਹੁਣ
ਇੰਟਰਵਿਊ ਕਿੱਦਾਂ ਕਲੀਅਰ ਹੋ ਰਹੀਆਂ ਨੇ ਕਿ ਬਿਨਾਂ ਇੰਟਰਵਿਊ ਤੋਂ ਜਿਹੜੇ ਵੀਜ਼ਾ ਆ ਰਹੇ ਨੇ? ਕੁਲਜੀਤ, ਸਾਡੇ ਕੋਲ 2 ਤੋਂ 3 ਯੂਨੀਵਰਸਿਟੀ ਦੇ ਆਪਸ਼ਨ ਜਿਹੜੇ ਇਦਾਂ ਦੇ ਹੈਗੇ ਕਿ ਜਿੱਥੇ ਤੁਹਾਨੂੰ ਪ੍ਰੀ ਕੈਸ ਜਿਹੜੀ ਇੰਟਰਵਿਊ ਨਹੀਂ ਆਉਣੀ, ਪਰ ਅੰਬੈਸੀ ਦਾ ਇੰਟਰਵਿਊ ਜੇ ਆਪਾਂ ਗੱਲ ਕਰੀਏ ਜੈਨ ਇਨਟੇਕ ਜਾਂ ਮਈ ਇਨਟੇਕ ਤੇ ਸਾਡੇ ਵੀਜ਼ਾ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ। ਜੂਨ ਦੀ ਜਿਹੜੀ ਮੈਂ ਗੱਲ ਕਰਾਂ ਵੀਜ਼ੇ ਆਉਣੇ ਵੀ ਸ਼ੁਰੂ ਹੋ ਚੁੱਕੇ ਨੇ ਸਾਈਡ ਬਾਈ ਸਾਈਡ, ਬਟ ਉਹਦੇ ਵਿੱਚ ਹਜੇ ਤੱਕ ਅੰਬੈਸੀ ਦੀ ਕੋਈ ਇੰਟਰਵਿਊ ਨਹੀਂ ਆਈ। ਬਟ ਫਿਰ ਵੀ ਮੈਂ ਬੱਚਿਆਂ ਨੂੰ ਕਹੂੰਗਾ ਕਿ ਜੇ ਤੁਸੀਂ ਅਪਲਾਈ ਕਰਦੇ ਹੋ ਤੁਹਾਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਤਾਂ ਮੇਰੀ ਸਲਾਹ ਹੈ ਕਿ ਤੁਸੀਂ ਅਪਲਾਈ ਨਾ ਕਰੋ। ਕਾਰਨ ਹੈ ਕੁਲਦੀਪ ਜੀ, ਅੱਜ ਸ਼ਾਇਦ ਗੱਲ ਕਿਸੇ ਨੂੰ ਕੌੜੀ ਲੱਗੀ ਕਿ ਅਪਲਾਈ ਕਰਨ ਤੋਂ ਮਨਾ ਕਰ ਰਹੇ ਨੇ, ਬਟ ਤੁਸੀਂ ਜੇ ਪੜ੍ਹਾਈ ਦੇ ਵੀਜ਼ੇ ਲਈ ਜਾ ਰਹੇ ਹੋ, ਤੁਹਾਨੂੰ ਪੜ੍ਹਾਈ ਹੀ ਕਰਨੀ ਨਹੀਂ ਆਉਣੀ, ਤੁਹਾਨੂੰ ਇੰਗਲਿਸ਼ ਹੀ ਨਹੀਂ ਆਉਣੀ, ਤੁਸੀਂ ਜਾ ਕੇ ਕਿਤੇ ਨਾ ਕਿਤੇ ਕੀ ਕਰੋਗੇ? ਤੁਸੀਂ ਪਹੁੰਚੇ, ਤੁਹਾਨੂੰ ਕਲਾਸ 'ਚ ਸਮਝੋ ਤੁਸੀਂ ਕਲਾਸ ਛੱਡ ਦੇਣੀ ਹੈ, ਤੁਸੀਂ ਉੱਥੇ ਇਲੀਗਲ ਹੋ ਜਾਣਾ। ਬਿਲਕੁਲ। ਉਹਦੇ ਨਾਲ ਕੀ ਹੋਊਗਾ? ਆਪ ਤਾਂ ਤੁਸੀਂ ਆਪਦਾ ਭਵਿੱਖ ਤਾਂ ਖਰਾਬ ਕਰੋਗੇ, ਨਾਲ ਆਉਣ ਵਾਲੇ 50 ਬੱਚਿਆਂ ਦਾ ਭਵਿੱਖ ਵੀ ਡੋਬਦੇ। ਜਦੋਂ ਇੱਕ ਯੂਨੀਵਰਸਿਟੀ 'ਚ ਆਪਾਂ ਇੱਥੋਂ 10 ਬੱਚੇ ਭੇਜੇ, 10 ਚੋਂ 5 ਨੇ ਕਲਾਸ ਲਾ ਲਈ, 5 ਨੇ ਲਾਈ ਨਹੀਂ। ਯੂਨੀਵਰਸਿਟੀ ਅੱਗੋਂ ਕਹਿੰਦੀ ਕਿ ਅਸੀਂ ਤੁਹਾਡਾ ਬੱਚਾ ਨਹੀਂ ਲੈਣਾ ਪੰਜਾਬ ਦਾ, ਜਾਂ ਅਸੀਂ ਹਰਿਆਣੇ ਦਾ ਬੱਚਾ ਨਹੀਂ ਲੈਣਾ। ਸਟੇਟ ਬੋਰਡ ਜਿਹੜੇ ਨੇ ਉਹਨਾਂ ਦੇ ਨੰਬਰ ਸੀਗੇ ਪਹਿਲਾਂ, ਜੇ ਆਪਾਂ ਗੱਲ ਕਰੀਏ 18-19 ਜਦੋਂ ਸਟਾਰਟਿੰਗ 'ਚ ਯੂਕੇ ਚੱਲਿਆ ਸੀਗਾ, ਤਾਂ ਸਟੇਟ ਬੋਰਡ ਦੇ ਬੱਚਿਆਂ ਨੂੰ 60% ਇੰਗਲਿਸ਼ ਦਾ ਵੇਵਰ ਮਿਲਦਾ ਸੀ। ਹੌਲੀ ਹੌਲੀ ਉਹ 70 ਤੇ ਪਹੁੰਚਿਆ, ਉਹ 75 ਤੇ ਆਇਆ, ਉਹ 80 ਤੇ ਆਇਆ। ਅੱਜ ਦੀ ਰੇਟ 'ਚੋਂ 75, 80, 90 ਤੱਕ ਪਹੁੰਚਿਆ ਹੋਇਆ। ਕਾਰਨ ਕੀ ਹੈ ਕਿ ਬੱਚਾ, ਉਹਨਾਂ ਨੂੰ ਲੱਗਦਾ ਕਿ 60% ਵਾਲਾ ਬੱਚਾ ਨਹੀਂ ਪੜ੍ਹ ਸਕਦਾ, ਕਿਉਂਕਿ ਉੱਥੇ ਜਾ ਕੇ ਬੱਚਾ ਨਹੀਂ ਸਟੱਡੀ ਕਰਦਾ, ਬੱਚੇ ਇਲੀਗਲ ਹੋਏ ਜਾ ਕੇ। ਹਜ਼ਾਰਾਂ ਬੱਚੇ ਮੈਨੂੰ ਲੱਗਦਾ ਕਿ ਉੱਥੇ ਜਾ ਕੇ ਇਲੀਗਲ ਹੋਏ ਨੇ। ਉਹਨਾਂ ਦਾ ਜਿਹੜਾ ਫਰਕ ਹੈ ਕਿਤੇ ਨਾ ਕਿਤੇ ਉਹਨਾਂ ਜੈਨੂਅਨ ਸਟੂਡੈਂਟਸ ਦੇ ਵੀ ਪੈਂਦਾ। ਜਿਹੜੇ ਬੱਚੇ ਦੇ ਅੱਜ 70 ਨੰਬਰ ਇੰਗਲਿਸ਼ 'ਚੋਂ ਆ ਗਏ, ਉਹ ਐਲੀਜੀਬਲ ਹੈਗਾ, ਇੰਗਲਿਸ਼ ਬੋਲ ਸਕਦਾ, ਪੜ੍ਹ ਸਕਦਾ, ਲਿਖ ਸਕਦਾ ਹੈ, ਬਟ ਯੂਨੀਵਰਸਿਟੀ ਕਹਿੰਦੀ ਕਿ ਨਹੀਂ, ਇਸ ਬੱਚੇ ਦੇ 70 ਨੰਬਰ ਨੇ, ਅਸੀਂ ਵੇਵਰ ਆਇਲਸ ਦਾ ਨਹੀਂ ਦੇਣਾ। ਇਹ ਬੱਚੇ ਨੂੰ ਜਾਂ ਤਾਂ ਆਇਲਸ ਕਰਨੀ ਪੈਣੀ ਹੈ ਜਾਂ ਆਪਦੀ +2 ਦੁਬਾਰਾ ਕਰੇ। ਮਤਲਬ 2 ਆਪਸ਼ਨ ਰੱਖ ਲੈਣੇ। ਹੁਣ +2 ਦਾ ਕੋਈ ਬੱਚਾ ਦੁਬਾਰਾ ਕਰੂਗਾ ਨਹੀਂ, ਉਹ ਬੱਚਾ ਆਇਲਸ ਪੀਟੀ ਕਰੂਗਾ ਜਾਂ ਡਿਊਲਿੰਗੋ ਦਾ ਟੈਸਟ ਦੇਊਗਾ, ਤਾਂ ਉਹਦੇ ਵਿੱਚ ਬੱਚੇ ਦਾ ਫਿਰ ਕਿਤੇ ਨਾ ਕਿਤੇ ਸਮਾਂ ਲੱਗਦਾ। ਸੋ ਇਸ ਤਰੀਕੇ ਨਾਲ ਕਾਫੀ ਇਦਾਂ ਦੇ ਬੱਚੇ ਨੇ ਜਿਹੜੇ ਐਲੀਜੀਬਲ ਸੀਗੇ, ਪਰ ਉੱਥੇ ਗਏ ਹੋਏ ਬੱਚਿਆਂ ਕਰਕੇ ਉਹਨਾਂ ਦੀ ਐਲੀਜੀਬਿਲਟੀ ਜਿਹੜੀ ਹੈ ਉਹ ਖਰਾਬ ਹੋਈ। ਸੋ ਜਿਹੜੇ ਬੱਚੇ ਨੂੰ ਇੰਗਲਿਸ਼ ਪੜ੍ਹਨੀ, ਲਿਖਣੀ, ਬੋਲਣੀ ਨਹੀਂ ਆਉਂਦੀ ਜਾਂ ਪੜ੍ਹਨਾ ਨਹੀਂ ਚਾਹੁੰਦਾ ਬੱਚਾ, ਤੇ ਉਹ ਬੱਚਾ ਯੂਕੇ ਨਾ ਅਪਲਾਈ ਕਰੇ, ਕਿਉਂਕਿ ਜਦੋਂ ਅੰਬੈਸੀ ਦਾ ਇੰਟਰਵਿਊ ਹੋਣਾ ਹੈ ਉਦੋਂ ਤੁਹਾਨੂੰ ਇੰਗਲਿਸ਼ ਬੋਲਣੀ ਪੈਣੀ ਹੈ, ਉੱਥੇ ਜਾ ਕੇ ਕਲਾਸ ਲਾਉਣੀ ਹੈ, ਇੰਗਲਿਸ਼ ਦੀ ਉੱਥੇ ਰਿਕੁਆਇਰਮੈਂਟ ਹੈ, ਤੁਸੀਂ ਕੰਮ ਲੱਭਣਾ, ਕੰਮ ਲਈ ਵੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈ। ਕਿਸੇ ਵੀ ਕੰਟਰੀ ਬਾਹਰ ਪੜ੍ਹਨ ਜਾਂਦੇ ਹੋ ਤਾਂ ਇੰਗਲਿਸ਼ ਦੀ ਰਿਕੁਆਇਰਮੈਂਟ ਤੁਹਾਨੂੰ ਹੈਗੀ ਹੈ, ਕਿਉਂਕਿ ਜਦੋਂ ਤੁਹਾਨੂੰ ਲੋਕਲ ਲੈਂਗੁਏਜ ਨਹੀਂ ਆਉਂਦੀ, ਅੱਜ ਤੁਸੀਂ ਪੰਜਾਬ 'ਚ ਬੈਠੇ ਹੋ, ਹਰਿਆਣੇ 'ਚ ਬੈਠੇ ਹੋ, ਤੁਹਾਨੂੰ ਪੰਜਾਬੀ ਜਾਂ ਹਿੰਦੀ ਨਹੀਂ ਬੋਲਣੀ ਆਉਂਦੀ, ਤਾਂ ਤੁਹਾਨੂੰ ਇੱਥੇ ਕੰਮ ਕਰਨ ਵਿੱਚ ਦਿੱਕਤ ਆ ਜਾਂਦੀ ਹੈ। ਤੁਸੀਂ ਪੰਜਾਬ 'ਚ ਆਉਂਦੇ ਹੋ, ਤੁਹਾਨੂੰ ਪੰਜਾਬੀ ਚਲੋ ਨਹੀਂ ਆਉਂਦੀ, ਤੁਹਾਨੂੰ ਹਿੰਦੀ ਆਊਗੀ, ਤੁਸੀਂ ਕਮਿਊਨੀਕੇਸ਼ਨ ਕਰ ਸਕਦੇ ਹੋ। ਤੁਸੀਂ ਦੁਕਾਨ ਤੇ ਜਾ ਕੇ ਕੋਈ 10 ਰੁਪਏ ਦੀ ਚੀਜ਼ ਵੀ ਲੈਣੀ ਹੈ, ਜੇ ਤੁਹਾਨੂੰ ਲੈਂਗੁਏਜ ਨਹੀਂ ਆਊਗੀ ਕਿਵੇਂ ਮੰਗੋਗੇ? ਸੋ ਕਿਤੇ ਨਾ ਕਿਤੇ ਲੈਂਗੁਏਜ ਬਹੁਤ ਜ਼ਰੂਰੀ ਚੀਜ਼ ਹੈ। ਇਹ ਨਾ ਸੋਚੋ ਕਿ ਵਿਦਆਊਟ ਆਇਲਸ ਅਪਲਾਈ ਹੋ ਰਿਹਾ ਹੈ ਤੇ ਵਿਦਆਊਟ ਇੰਗਲਿਸ਼ ਵੀ ਅਪਲਾਈ ਹੋ ਜਾਊਗਾ। ਸੋ ਜਿਨ੍ਹਾਂ ਬੱਚਿਆਂ ਦੇ ਇੰਗਲਿਸ਼ ਸਬਜੈਕਟ 'ਚ ਨੰਬਰ ਚੰਗੇ ਨੇ, ਉਹ ਬੱਚੇ ਅਪਲਾਈ ਕਰਨ, ਇੰਗਲਿਸ਼ ਬੋਲਣ ਦੇ ਉੱਤੇ ਆਪਣੀ ਕਮਾਂਡ ਹੈ ਵਧੀਆ ਰੱਖਣ। ਲੱਗਦਾ ਕਿ ਆਇਲਸ ਨਹੀਂ ਕਰਨੀ, ਵੇਵਰ ਦੀ ਆਪਸ਼ਨ ਤੁਹਾਡੇ ਕੋਲ ਹੈਗੀ ਹੈ। 70-75% ਨੰਬਰ ਨੇ ਤਾਂ ਵੀ ਵੇਵਰ ਦੀ ਆਪਸ਼ਨ ਸਾਡੇ ਕੋਲ ਹੈਗੀ। ਹੁਣ ਵੀ ਯੂਨੀਵਰਸਿਟੀਜ਼ ਹੈਗੀਆਂ 60% ਨੰਬਰ ਨਾਲ ਵੀ ਪੰਜਾਬ ਬੋਰਡ, ਹਰਿਆਣਾ ਬੋਰਡ ਨੂੰ ਵੇਵਰ ਦੇ ਰਹੀਆਂ ਨੇ, ਬਟ ਉਹਦੇ ਲਈ ਤੁਹਾਨੂੰ ਜ਼ਿਆਦਾ ਨਾ ਕਰੋ, ਆਇਲਸ ਨਾ ਕਰੋ, ਕਿਤੇ ਨਾ ਕਿਤੇ ਨੇੜੇ ਘਰ ਦੇ ਇੰਗਲਿਸ਼ ਸਪੋਕਨ ਕੋਰਸ ਕੋਈ ਜੁਆਇਨ ਕਰ ਲਓ, ਤੁਹਾਨੂੰ ਘੱਟੋ ਘੱਟ ਸੈਂਟੈਂਸ ਹੀ ਕਲੀਅਰ ਹੋਣ, ਤੁਸੀਂ ਅਗਲੇ ਦੀ ਬੋਲ ਨਾ ਸਕੋ, ਅਗਲੇ ਦੀ ਗੱਲ ਨੂੰ ਸਮਝ ਤਾਂ ਸਕੋ। ਕੱਲ ਨੂੰ ਕਲਾਸ ਲਾਉਣੀ ਹੈ, ਉੱਥੇ ਪ੍ਰੋਫੈਸਰ ਟੀਚਰ ਕੀ ਬੋਲ ਰਿਹਾ ਕੀ ਨਹੀਂ ਬੋਲ, ਤੁਹਾਨੂੰ ਪੜ੍ਹਨਾ ਉਹ ਤਾਂ ਤੁਹਾਨੂੰ ਸਮਝਣਾ ਹੈ। ਸੋ ਇਹ ਚੀਜ਼ਾਂ ਜ਼ਰੂਰੀ ਨੇ ਕਿ ਵਿਦਆਊਟ ਆਇਲਸ ਵੀਜ਼ਾ ਲੱਗ ਰਿਹਾ ਹੈ, ਵਿਦਆਊਟ ਇੰਗਲਿਸ਼ ਜਿਹੜਾ ਵੀਜ਼ਾ ਹੈ ਉਹ ਨਹੀਂ ਲੱਗ ਰਿਹਾ। ਸੋ ਇੰਗਲਿਸ਼ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ। ਇੰਗਲਿਸ਼ ਪੜ੍ਹਨੀ, ਲਿਖਣੀ, ਬੋਲਣੀ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਸਟੱਡੀ ਵੀਜ਼ਾ ਤੇ ਬਾਹਰ ਜਾ ਰਹੇ ਹੋ। ਹਾਂ, ਅੱਜ ਬੱਚਾ ਇੰਟਰਵਿਊ ਤੋਂ ਘਬਰਾਉਂਦਾ ਸੀ, ਕਾਰਨ ਕੀ ਹੈ ਕਿ ਬੱਚੇ ਦਾ ਜਿਹੜਾ ਮਾਹੌਲ ਹੈ, ਅੱਜ ਆਪਣੇ ਕਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਵੀ ਇੰਗਲਿਸ਼ ਬੋਲਣ ਤੋਂ ਘਬਰਾਉਂਦੇ ਨੇ। ਕਾਰਨ ਕੀ ਹੈ ਕਿ ਮਾਹੌਲ ਨਹੀਂ ਹੈ ਇੰਗਲਿਸ਼ ਦਾ। ਸੋ ਕਿਤੇ ਨਾ ਕਿਤੇ ਇੰਗਲਿਸ਼ ਬੱਚਿਆਂ ਨੂੰ ਮੈਨੂੰ ਲੱਗਦਾ ਕਿ ਡਰ ਦਾ ਹਊਆ ਬਣਾਇਆ ਹੋਇਆ ਹੈ, ਇੰਟਰਵਿਊ ਬੱਚੇ ਨੇ ਹਊਆ ਬਣਾਇਆ ਹੋਇਆ। ਇਸੇ ਕਰਕੇ ਕਿਤੇ ਨਾ ਕਿਤੇ ਉਹ ਯੂਨੀਵਰਸਿਟੀ ਅੱਜ ਅਸੀਂ ਪ੍ਰਮੋਟ ਕਰ ਰਹੇ ਜਿਹੜੇ ਬੱਚਿਆਂ ਨੂੰ ਇੰਟਰਵਿਊ ਦਾ ਜਿਹੜਾ ਉਹ ਵੇਵਰ ਦੇ ਰਹੇ ਨੇ। ਕਈ ਬੱਚੇ ਪੜ੍ਹਨ 'ਚ ਚੰਗੇ ਨੇ, ਇਕੱਲੇ ਬੋਲ ਸਕਦੇ ਨੇ, ਬਟ ਜਦੋਂ ਇੰਟਰਵਿਊ ਲੈਂਦਾ ਉਦੋਂ ਨਹੀਂ ਬੋਲਿਆ ਜਾਂਦਾ। ਸੋ ਇੰਗਲਿਸ਼ ਬਹੁਤ ਜ਼ਰੂਰੀ ਹੈ। ਇੰਗਲਿਸ਼ ਪੜ੍ਹੇ ਬਿਨਾਂ ਗਤੀ ਜਿਹੜੀ ਹੈ ਨਹੀਂ ਹੋਣੀ। ਸੋ ਇਹ ਨਾ ਕੋਸ਼ਿਸ਼ ਕਰੋ ਕਿ ਬਿਨਾਂ ਇੰਗਲਿਸ਼ ਆਉਂਦੇ ਤੁਸੀਂ ਯੂਕੇ ਚੱਲ ਜਾਓਗੇ, ਜਾ ਕੇ ਕਾਮਯਾਬ ਹੋ ਜਾਓਗੇ, ਕਿਤੇ ਨਾ ਕਿਤੇ ਉੱਥੇ ਜਾ ਕੇ ਇਲੀਗਲ ਹੋਣਾ। ਸਾਰੀ ਉਮਰ ਤੁਸੀਂ ਇੰਡੀਆ ਨਹੀਂ ਆ ਸਕਣਾ। ਗੱਲ ਉੱਥੇ ਆ ਜਾਣੀ ਹੈ ਕਿ ਤੁਸੀਂ ਗਏ ਨਾ ਗਏ ਇੱਕ ਬਰਾਬਰ ਹੋ ਜਾਣਾ। ਸੋ ਕੱਲਾ ਪੈਸਾ ਨਾ ਦੇਖੋ, ਕੱਲਾ ਤੁਸੀਂ ਯੂਕੇ ਪਹੁੰਚਣਾ ਨਾ ਦੇਖੋ, ਨਾਲ ਦੀ ਨਾਲ ਇਹ ਵੀ ਦੇਖੋ ਕਿ ਤੁਸੀਂ ਉੱਥੇ ਸਟੱਡੀ ਕਰੋਗੇ ਤਾਂ ਹੀ ਤੁਹਾਨੂੰ 2 ਸਾਲ ਦਾ ਜਿਹੜਾ PSW ਉਹ ਮਿਲੂਗਾ। ਚਾਹੇ ਬੱਚਾ ਬੈਚਲਰ ਲਈ ਜਾਂਦਾ, ਚਾਹੇ ਮਾਸਟਰ ਲਈ ਜਾਂਦਾ, PSW ਤਾਂ ਹੀ ਮਿਲਦਾ ਹੈ ਜਦੋਂ ਬੱਚਾ ਆਪਣੀ ਡਿਗਰੀ ਜਿਹੜੀ ਕੁਲਦੀਪ ਜੀ ਕੰਪਲੀਟ ਕਰਦਾ ਹੈ ਜੀ। ਸੋ 5-4 ਦਿਨ ਹਜੇ ਵੀ ਤੁਹਾਡੇ ਕੋਲ ਹੈ ਨੇ, ਤੁਸੀਂ ਅਪਲਾਈ ਕਰ ਸਕਦੇ ਹੋ ਇੱਦਾਂ ਦੀ ਯੂਨੀਵਰਸਿਟੀਜ਼ ਵਿੱਚ ਜਿੱਥੇ ਕਿ ਇੰਟਰਵਿਊ ਨਹੀਂ ਲਈ ਜਾ ਰਹੀ। ਪ੍ਰੀ ਕੈਸ ਜਿਹੜੀ ਇੰਟਰਵਿਊ ਆਪਾਂ ਕਹਿ ਦਿੰਦੇ ਹਾਂ ਉਹ ਯੂਨੀਵਰਸਿਟੀ ਵੱਲੋਂ ਨਹੀਂ ਲਈ ਜਾ ਰਹੀ। ਅੰਬੈਸੀ ਇੰਟਰਵਿਊ ਫਿਲਹਾਲ ਅਜੇ ਤੱਕ ਨਹੀਂ ਜਿਹੜੀਆਂ ਆ ਰਹੀਆਂ, ਅੱਗੇ ਦਾ ਕੁਝ ਨਹੀਂ ਕਹਿ ਸਕਦੇ, ਪਰ ਤੁਸੀਂ ਅਪਲਾਈ ਕਰਕੇ ਸ਼ਾਇਦ ਕਹਾਂਗਾ ਵੀ ਹਰੇਕ ਵਾਰ ਜਿਹੜਾ ਇੱਕ ਸਮਾਂ ਹੁੰਦਾ ਉਹ ਸਹੀ ਸਮਾਂ ਹੀ ਮੈਂ ਕਹਾਂਗਾ, ਕਿਉਂਕਿ ਜਿਹੜੇ ਰੂਲਸ ਬੜੀ ਛੇਤੀ ਕਈ ਵਾਰ ਬਦਲਦੇ ਨੇ। ਅੱਜ ਬਿਨਾਂ ਇਸ ਤੋਂ ਵੀਜ਼ਾ ਜਿਹੜਾ ਦਿੱਤਾ ਜਾ ਰਿਹਾ, ਹੋ ਸਕਦਾ ਕੱਲ ਨੂੰ ਆਇਲਸ ਦੀ ਜਿਹੜੀ ਰਿਕੁਆਇਰਮੈਂਟ ਕਰ ਦਿੱਤੀ ਜਾਵੇ। ਮੋਹਾਲੀ, ਕੁਰੂਕਸ਼ੇਤਰ ਤੇ ਜਲੰਧਰ ਦੇ ਵਿੱਚ ਆਫਿਸ ਨੇ ਐਜੂਕੇਸ਼ਨ ਅਬਰੋਡ ਕੰਸਲਟੈਂਟਸ ਦੇ, ਜਿੱਥੇ ਤੁਸੀਂ ਜਾ ਸਕਦੇ ਹੋ, ਐਕਸਪਰਟਸ ਨੂੰ ਮਿਲ ਸਕਦੇ ਹੋ। ਜਤਿੰਦਰ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਸ ਨੰਬਰ ਜਿਹੜਾ ਦਿਖਾਇਆ ਜਾ ਰਿਹਾ, ਫੋਨ ਕਰਕੇ ਅਪਾਇੰਟਮੈਂਟ ਲੈ ਕੇ
ਕਿਹੜੇ ਦਿਨ ਕਿੱਥੇ ਨੇ, ਜਾਣਕਾਰੀ ਲੈਣ ਤੋਂ ਬਾਅਦ ਮਿਲਿਆ ਜਾ ਸਕਦਾ ਹੈ। ਅੱਛਾ, ਫੇਸਬੁੱਕ ਦੇ ਉੱਤੇ ਨਾ ਮੈਂ ਕੱਲ ਦੇਖ ਰਿਹਾ ਵੀ ਬੜੇ ਸਾਰੇ ਕੰਸਲਟੈਂਟਸ, ਨਵੇਂ ਨਾਮ ਜਿਨ੍ਹਾਂ ਨੂੰ ਪਹਿਲਾਂ ਮੈਂ ਨਹੀਂ ਕਦੀ ਸ਼ਾਇਦ ਦੇਖਿਆ ਸੀਗਾ, ਬੱਚੇ ਵੀ ਦੇਖਦੇ ਹੋਣਗੇ, ਕੋਈ ਕਹਿੰਦਾ 2-3 ਲੱਖ ਦੇ ਵਿੱਚ UK ਜਾਓ, ਕੋਈ ਕਹਿੰਦਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਕੋਈ UK ਦਾ ਐਕਸਪਰਟ ਆਪਣੇ ਆਪ ਨੂੰ ਦੱਸਦਾ ਹੈ ਨਾ, ਕਿਉਂਕਿ ਫੇਸਬੁੱਕ ਇੱਕ ਇਦਾਂ ਦਾ ਮਾਧਿਅਮ ਬਣ ਗਿਆ ਵੀ ਕੋਈ ਵੀ ਬੰਦਾ ਕੁਝ ਵੀ ਕਹਿ ਸਕਦਾ, ਕੋਈ ਸੈਂਸਰ ਨਹੀਂ। ਤਾਂ ਉਹਦੇ ਵਿੱਚ ਕਈ ਸਹੀ ਵੀ ਨੇ, ਕਈ ਗਲਤ ਵੀ ਨੇ। ਤੁਹਾਡੇ ਕੋਲ ਜਦੋਂ ਬੱਚੇ ਆਉਂਦੇ ਨੇ ਤਾਂ ਕੀ ਤੁਸੀਂ ਚੀਜ਼ਾਂ ਜਿਹੜੀਆਂ ਦੇਖਦੇ ਹੋ ਵੀ ਹਾਂ ਬੱਚਿਆਂ ਨੂੰ ਗਲਤ ਦੱਸੀਆਂ ਜਾ ਰਹੀਆਂ, ਆਪਾਂ ਜਿਹੜੀਆਂ ਇਸ ਮੰਚ ਦੇ ਜ਼ਰੀਏ ਬੱਚਿਆਂ ਤੱਕ ਪਹੁੰਚਾ ਸਕਦੇ? ਉਹਦੇ ਨਾਲ ਕੀ ਹੁੰਦਾ ਕਿ ਘਬਰਾ ਬੱਚਾ ਇੰਨਾ ਕੁ ਹੋਇਆ ਕਿ ਬੱਚਾ ਆ ਕੇ ਪੁੱਛਦਾ ਕਿ ਜਦੋਂ ਬੱਚੇ ਨੂੰ ਖਰਚਾ ਦੱਸੀਦਾ ਨਾ ਕਿ ਨਹੀਂ ਸਰ ਮੈਂ ਤਾਂ ਐਡ ਦੇਖਿਆ ਫਲਾਣੇ ਬੰਦੇ ਤੋਂ 3 ਲੱਖ ਚ UK ਭੇਜ ਰਿਹਾ, 5 ਲੱਖ ਚ ਭੇਜ ਰਿਹਾ। ਮੈਂ ਸਾਫ਼ ਕਹਿੰਦਾ ਕਿ ਜੇ ਤੁਸੀਂ ਸਾਲ ਦੀ ਫੀਸ ਭਰਨੀ ਹੈ ਤਾਂ ਸਾਲ ਦੀ ਫੀਸ ਜਿਹੜੀ ਹੈ ਘੱਟੋ ਘੱਟ 12 ਤੋਂ ਸਟਾਰਟ ਹੋਣੀ ਹੈ, ਅਪ ਟੂ ਮੈਂ ਕਹਿੰਦਾ 22-23 ਲੱਖ ਤੱਕ ਵੀ ਸਾਲ ਦੀ ਫੀਸ ਹੈਗੀ ਹੈ। ਮਾਸਟਰ ਦੀ ਗੱਲ ਕਰੀਏ ਤਾਂ, ਬੈਚਲਰ ਦੀ ਗੱਲ ਕਰੀਏ 12 ਲੱਖ ਤੋਂ ਲੈ ਕੇ 18-19 ਲੱਖ ਦੀ ਫੀਸ ਸਾਲ ਦੀ ਹੈਗੀ ਹੈ। 6 ਮੰਥ ਦੀ ਫੀਸ ਪੇ ਕਰਦੇ ਹੋ ਤਾਂ 6 ਤੋਂ 7 ਲੱਖ ਤੁਹਾਡੀ ਮਿਨੀਮਮ ਜਿਹੜੀ ਫੀਸ ਹੈ ਉਹ ਤੁਹਾਨੂੰ ਪੇ ਕਰਨੀ ਪੈਣੀ ਹੈ। ਜਿਹੜੇ ਤੁਹਾਨੂੰ 2-2 3-3 ਲੱਖ ਚ ਭੇਜ ਰਹੇ ਨੇ ਉਹ ਤੁਹਾਨੂੰ ਕੱਲੀਆਂ ਫੀਸਾਂ ਦੱਸ ਰਹੇ ਨੇ, ਉਹ ਆਪਣੀਆਂ ਫੀਸਾਂ ਵੀ ਦੱਸ ਸਕਦੇ ਨੇ। ਇੱਕ ਏਜੰਟ ਦੀ ਐਡ ਸੀਗੀ ਕਿ ਆਪਣਾ ਸਾਰੇ ਪੈਸੇ ਦਿਓ ਵੀਜ਼ਾ ਲੱਗਣ ਤੋਂ ਬਾਅਦ। ਸੋ ਚਲੋ ਏਜੰਟ ਦੀ ਐਡ ਸੀ ਕਿ ਬੱਚੇ ਨੇ ਅਪਲਾਈ ਕੀਤਾ, ਜਦੋਂ ਬੱਚਾ ਗੱਲਬਾਤ ਕਰਕੇ, ਉਹ ਬੱਚੇ ਸਾਡੇ ਕੋਲ ਅਪਲਾਈ ਹੈ, ਵੀਜ਼ਾ ਉਹਦਾ ਆ ਚੁੱਕਿਆ ਬੱਚੇ ਦਾ, ਤਾਂ ਉਹ ਏਜੰਟ ਨੇ ਕਿਹਾ ਕਿ ਆ ਤੁਹਾਡੀ ਫੀਸ ਜਾਣੀ ਹੈ, ਤੁਸੀਂ ਇੰਨਾ ਦੇਣਾ, ਆ ਤੁਸੀਂ ਇਦਾਂ ਕਰਨਾ। ਕਹਿੰਦੇ ਜੀ ਸਾਰੇ ਤੁਸੀਂ ਤਾਂ ਪੈਸੇ ਬਾਅਦ ਚ ਗਏ ਸੀ। ਜਦੋਂ ਮੈਂ ਤਾਂ ਆਪਣੇ ਪੈਸੇ ਬਾਅਦ ਚ ਗਏ, ਜਿਹੜੀ ਮੇਰੀ ਕੰਸਲਟੈਂਸੀ ਮੈਂ ਉਹ ਬਾਅਦ ਚ ਲੈਣੀ ਹੈ। ਸੋ ਇਸੇ ਤਰੀਕੇ ਨਾਲ 2 ਲੱਖ ਫੀਸ ਚ ਭੇਜਣ, ਉਹ ਇਹ ਹੈ ਕਿ ਤੁਹਾਡਾ ਕੈਸ਼ ਲਈ ਜਿਹੜੀ ਫੀਸ ਹੈ ਤੁਸੀਂ ਉਹ 2 ਲੱਖ ਦੇਣੀ ਹੈ। ਹੁਣ ਜਿਹੜੇ ਬੱਚੇ ਇਸ ਚੀਜ਼ ਨੂੰ ਲੈ ਕੇ ਗਮਰਾਹ ਨੇ ਕਿ ਅੱਜ ਮੈਂ UK ਜਾਣਾ, ਮੇਰੇ ਕੋਲ ਕੋਈ ਬੱਚਾ ਹੁੰਦਾ, ਮੈਂ ਕਿਸੇ ਬੱਚੇ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ 2 ਮਹੀਨੇ ਦੀ ਫੀਸ ਦੇ ਕੇ 4 ਮਹੀਨੇ ਦੀ ਫੀਸ ਦੇ ਕੇ ਚਲੇ ਜਾਓ। ਉਹਦੇ ਨਾਲ ਕੁਲਦੀਪ ਜੀ ਕਿਹੜਾ ਬੱਚਾ ਵੱਧ ਇਲੀਗਲ ਹੋਣਾ ਉੱਥੇ ਜਾ ਕੇ। ਕਾਰਨ ਸਮਝਾਉਣ ਦੀ ਇੱਥੇ ਲੋੜ ਕੁਲਦੀਪ ਜੀ ਹੈ ਕਿ ਅੱਜ ਇੱਕ ਬੱਚੇ ਦੀ ਸਾਲ ਦੀ ਫੀਸ ਆਉਂਦੀ ਹੈ 13 ਲੱਖ ਰੁਪਇਆ। ਬੱਚਾ ਇੱਥੋਂ 6.5 ਲੱਖ ਫੀਸ ਪੇ ਕਰਕੇ ਜਾਂਦਾ ਹੈ, ਉੱਥੇ ਜਾ ਕੇ ਆਪਣੀਆਂ ਕਲਾਸਾਂ ਸਟਾਰਟ ਕਰਦਾ ਹੈ। ਅਗਲੀ ਫੀਸ ਬੱਚੇ ਨੇ ਘੱਟੋ ਘੱਟ 4 ਤੋਂ 5 ਮਹੀਨੇ ਬਾਅਦ ਭਰਨੀ ਹੈ। ਉਹ ਵੀ ਯੂਨੀਵਰਸਿਟੀ ਦੇ ਵਿੱਚ ਆਪਸ਼ਨ ਹੈਗੇ, ਤੁਸੀਂ ਇੰਸਟਾਲਮੈਂਟ ਵੀ ਕਰ ਸਕਦੇ ਹੋ। ਹਰੇਕ ਯੂਨੀਵਰਸਿਟੀ ਦਾ ਆਪਣਾ ਸਿਸਟਮ ਹੈ, ਮੈਂ ਨਹੀਂ ਕਹੂੰਗਾ ਕਿ ਸਾਰੀ ਯੂਨੀਵਰਸਿਟੀਜ਼ ਕਰਦੀਆਂ ਨੇ। ਕੁਝ ਯੂਨੀਵਰਸਿਟੀ ਪਰ ਮੰਥ ਵੀ ਲੈ ਰਹੀਆਂ ਨੇ, ਕੁਝ ਯੂਨੀਵਰਸਿਟੀ 2-2 ਮੰਥ ਦੀ ਕਰਕੇ 3 ਕਿਸ਼ਤਾਂ ਲੈ ਰਹੀਆਂ ਨੇ, ਕੁਝ ਯੂਨੀਵਰਸਿਟੀ 2 ਇੰਸਟਾਲਮੈਂਟ ਲੈ ਰਹੀਆਂ, ਜਿਹੜੇ ਅਗਲੇ 6 ਮਹੀਨੇ ਦੀ ਫੀਸ ਹੈ। ਹੁਣ ਇੱਕ ਬੱਚਾ ਜਿਹੜਾ 6 ਮਹੀਨੇ ਦੀ ਫੀਸ ਭਰ ਗਿਆ, ਉਹਨੇ ਅਗਲੀ ਫੀਸ 4-5 ਮਹੀਨੇ ਬਾਅਦ ਦੇਣੀ, ਯਾਨੀ ਕਿ ਬੱਚਾ ਜਾਣ ਸਾਰ 4 ਮਹੀਨੇ ਟੈਨਸ਼ਨ ਫਰੀ ਆਪਦਾ ਕੰਮ ਲੱਭ ਸਕਦਾ ਹੈ, ਅਕੋਮੋਡੇਸ਼ਨ ਲੱਭੇ, ਪ੍ਰੋਪਰ ਆਪਦੇ ਸੈਟਲਮੈਂਟ ਹੋਣ ਲਈ ਟਾਈਮ ਹੈ ਬੱਚੇ ਕੋਲੇ। ਮੈਂ ਕਹਿੰਦਾ ਉਹਨੂੰ ਵੀ ਬੜਾ ਲੱਗਦਾ ਹੋਣਾ ਵੀ ਮੈਂ ਹੁਣੇ ਅਜੇ ਆਇਆ, 2 ਮਹੀਨੇ ਚ ਤਾਂ ਮੈਨੂੰ ਸਮਝ ਆਈ ਤੇ 2 ਮਹੀਨੇ ਨੂੰ ਫੀਸ ਵੀ ਮੰਗਣ ਲੱਗ ਗਏ। ਦੂਜੇ ਪਾਸੇ ਮੈਂ ਕੁਲਦੀਪ ਜੀ ਉਹਨਾਂ ਬੱਚਿਆਂ ਜਿਹੜੇ 2 ਜਾਂ 3000 ਪਾਉਂਡ ਦੇ ਕੇ ਕੈਸ਼ ਰਿਲੀਜ਼ ਹੋਇਆ ਸੀ, ਉਹ ਬੱਚੇ ਗਏ ਨੇ। ਉਹ ਬੱਚੇ ਜਾਂਦੇ ਨੇ ਇੱਥੋਂ, ਉਹਨਾਂ ਦਾ ਪੈਕੇਜ ਹੁੰਦਾ 10-11 ਲੱਖ ਰੁਪਏ ਦਾ। ਉਹ ਕਹਿੰਦੇ ਜੀ ਅਸੀਂ 10-11 ਲੱਖ ਚ ਅਸੀਂ 10 ਲੱਖ ਚ ਪੈਕੇਜ ਕੀਤਾ ਹੈ, ਤਾਂ ਅਸੀਂ ਤਾਂ ਦੇਖੋ ਅਸੀਂ ਵੀ ਜਾ ਰਹੇ ਹਾਂ। ਉਹਨਾਂ ਬੱਚਿਆਂ ਨੂੰ ਦੱਸਿਆ ਨਹੀਂ ਜਾਂਦਾ ਕਿ ਤੁਹਾਡੀ ਫੀਸ ਕਿੰਨੀ ਪੇ ਕੀਤੀ ਹੈ। ਕੈਸ਼ ਲੈਟਰ ਬੱਚੇ ਨੂੰ ਦਿੱਤਾ ਨਹੀਂ ਜਾਂਦਾ। ਅੰਬੈਸੀ ਚ ਜਿਹੜੇ ਫਾਈਲ ਹੈ ਜਦੋਂ ਦਿੰਦੇ ਤਾਂ ਬੱਚੇ ਨੂੰ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ ਕਿ ਕੀ ਕਿਵੇਂ ਹੈ, ਕਿਉਂਕਿ VFS ਜਮਾ ਉਹਨੇ ਬੱਚੇ ਨੂੰ ਡਿਟੇਲ ਨਹੀਂ ਦਿੱਤੀ ਜਾਂਦੀ। ਹੁਣ ਜਦੋਂ 2000-3000 ਪਾਉਂਡ ਵਾਲਾ ਬੱਚੇ ਦਾ ਵੀਜ਼ਾ ਤਾਂ ਆ ਜਾਂਦਾ, ਮੈਂ ਨਹੀਂ ਕਹਿੰਦਾ ਕੁਝ ਵੀਜ਼ਾ ਨਹੀਂ ਹੁੰਦਾ, ਵੀਜ਼ੇ ਤੋਂ ਅੱਛੇ ਵੀ ਆਉਣੇ ਆ। ਵੀਜ਼ਾ ਆ ਜਾਂਦਾ, ਬੱਚਾ ਪਹੁੰਚਦਾ ਯੂਨੀਵਰਸਿਟੀ, ਬੱਚਾ ਲਾਣ ਜਾਂਦਾ ਉੱਥੇ ਕਲਾਸਾਂ। ਯੂਨੀਵਰਸਿਟੀ ਜਦੋਂ ਰਜਿਸਟ੍ਰੇਸ਼ਨ ਹੁੰਦੀ ਹੈ, ਉਹ ਕਹਿੰਦੇ ਜੀ ਲਓ ਆਪਣੀ ਫੀਸ ਸਬਮਿਟ ਕਰਾਓ। ਬੱਚਾ ਕਹਿੰਦਾ ਜੀ ਮੈਂ ਤਾਂ ਇੰਡੀਆ ਤੋਂ ਭਰ ਕੇ ਆਇਆ। ਕਹਿੰਦਾ ਜੀ ਭਰੀ ਤਾਂ ਤੁਸੀਂ ਹੈਗੀ ਹੈ, ਤੁਸੀਂ 2000 ਪਾਉਂਡ ਇਨੀਸ਼ੀਅਲ ਅਮਾਊਂਟ ਦਿੱਤੀ ਹੈ, ਬਾਕੀ ਜਿਹੜੀ ਤੁਹਾਡੀ ਸਾਲ ਦੀ 12000 ਜੇ ਫੀਸ ਹੈ ਤੁਸੀਂ 2 ਦਿੱਤੀ, ਤੁਹਾਡੀ 10 ਪੈਂਡਿੰਗ ਹੈ, 10 ਤੋਂ ਤੁਸੀਂ 3 ਲੱਖ ਫੀਸ ਜਮ੍ਹਾਂ ਕਰਾਓਗੇ ਤਾਂ ਤੁਹਾਨੂੰ ਜਿਹੜੀ ਕਲਾਸਾਂ ਲਾਉਣ ਦੀ ਜਿਹੜੀ ਹੈਗੀ ਹੈ ਉਹ ਪਰਮਿਸ਼ਨ ਹੋਊਗੀ। ਹੁਣ ਬੱਚਾ ਉੱਥੇ ਸ਼ਸ਼ੋਪੰਜ ਹੁੰਦਾ ਕਿ ਘਰੇ ਫੋਨ ਕਰਕੇ 3-4 ਲੱਖ ਰੁਪਇਆ ਹੋਰ ਮੰਗਾਵਾਂ, ਜਾਂ ਮੈਂ ਜੇ ਕਲਾਸਾਂ ਨਾਲ ਆਵਾਂ ਤਾਂ ਕਿਤੇ ਨਾ ਕਿਤੇ ਜਿਹੜਾ ਪਲੜਾ ਭਾਰਾ ਹੁੰਦਾ ਉਹ ਹੁੰਦਾ ਕਲਾਸਾਂ ਨਾਲ ਆਉਣ ਵਾਲਾ, ਕਿਉਂਕਿ ਜਿਹੜੇ ਪੈਸੇ ਲਾਏ ਉਹ ਵੀ ਖਰਾਬ। ਹਾਂ, ਜਿਹੜੇ ਉੱਥੇ ਸਲਾਹ ਕਰ ਬੈਠੋਗੇ ਤੂੰ ਹੁਣ ਘਰੇ ਫੋਨ ਕਰੇਗਾ, ਤੇਰੇ ਘਰ ਦੇ ਟੈਨਸ਼ਨ ਲੈਣਗੇ, 2-3 ਲੱਖ ਰੁਪਏ ਹੋਰ ਮੰਗਾਏਗਾ, ਇੰਨੇ ਪੈਸੇ ਤੂੰ ਪਹਿਲਾਂ ਲਾ ਕੇ ਆ ਗਿਆ, ਕਿਉਂਕਿ ਏਜੰਟ ਨੇ ਉਤੋਂ ਵੀ ਕਈ ਵਾਰੀ 15-15 ਲੱਖ ਰੁਪਏ ਲਿਆ ਹੁੰਦਾ ਉਹਨਾਂ ਨੇ। ਫੀਸ 2 ਲੱਖ ਭਰੀ ਹੁੰਦੀ ਹੈ, ਲਈ 6 ਮਹੀਨੇ ਦੀ ਹੁੰਦੀ ਹੈ। ਹੁਣ ਉਹ ਬੱਚੇ ਦਾ ਪਲੜਾ ਭਾਰੀ ਤਾਂ ਉਹਦੇ ਕੋਲ ਉੱਥੇ ਸਲਾਹਕਾਰ ਜਿਹੜੇ ਹੁੰਦੇ ਨੇ, ਯਾਰ ਅਸੀਂ ਵੀ ਆਏ ਹਾਂ ਤੂੰ ਵੀ ਆ ਜਾ, ਕੋਈ ਗੱਲ ਨਹੀਂ। ਉਹ ਸਲਾਹਕਾਰਾਂ ਦੇ ਚੱਕਰ 'ਚ ਉਹ ਬੱਚਾ ਸਟੱਡੀ ਛੱਡ ਦਿੰਦਾ। ਸੋ ਜਿਹੜੇ ਏਜੰਟ ਤੁਹਾਨੂੰ 2-2 3-3 ਲੱਖ 'ਚ UK ਭੇਜ ਰਿਹਾ, ਤੁਹਾਨੂੰ ਸਟੱਡੀ ਛੱਡਣੀ ਪੈਣੀ, ਤੁਸੀਂ ਸਟੱਡੀ ਕੰਪਲੀਟ ਚਾਹ ਕੇ ਵੀ ਨਹੀਂ ਕਰ ਸਕਦੇ। ਕੋਈ ਬੱਚਾ ਨਹੀਂ ਚਾਹੁੰਦਾ ਕਿ ਜਾਣ ਸਰ ਮੈਂ ਫਿਰ ਪੈਸੇ ਮੰਗਾਵਾਂ। ਜਿਹੜੇ ਕੋਈ ਸਿਆਣਾ ਹੁੰਦਾ ਉਹ ਘਰਦਿਆਂ ਨੂੰ ਸਮਝਾਉਂਦਾ, ਘਰ ਦੇ ਸਮਝਦੇ ਨੇ, ਏਜੰਟ ਕੋਲ ਵੀ ਜਾਂਦੇ ਨੇ, ਬਟ ਏਜੰਟ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਇਨਸਾਫ ਇਦਾਂ ਮਿਲਦਾ ਹੋਊਗਾ। ਸੋ ਬੈਟਰ ਹੈ ਕਿ ਜਦੋਂ ਇੱਥੋਂ ਅਪਲਾਈ ਕਰਨਾ 6 ਮੰਥ ਦੀ ਫੀਸ ਘੱਟੋ ਘੱਟ ਪੇ ਕਰਕੇ ਜਾਓ। ਹੁਣ ਮੈਂ ਉਹਨਾਂ ਕੁਲਦੀਪ ਜੀ ਪੈਕੇਜ ਬੱਚਾ ਚੈੱਕ ਕਰ ਸਕਦਾ ਵੀ ਮੇਰੀ ਕਿੰਨੀ ਫੀਸ ਪੇ ਕੀਤੀ? ਬਿਲਕੁਲ ਕੁਲਦੀਪ ਜੀ, ਬੱਚੇ ਕੋਲ ਆਫਰ ਲੈਟਰ, ਬੱਚੇ ਦੀ ਪੂਰੀ ਫੀਸ ਲਿਖੀ ਹੈ, ਜਿੰਨੀ ਏਜੰਟ ਨੂੰ ਫੀਸ ਦਿੱਤੀ ਹੈ। ਅੱਜ ਕੱਲ ਏਜੰਟ ਫੀਸ, ਪਹਿਲੀ ਗੱਲ ਤਾਂ ਫੀਸ ਕਦੇ ਕੈਸ਼ ਨਾ ਦਿਓ, ਫੀਸ ਕਦੇ ਏਜੰਟ ਨੂੰ ਨਾ ਦਿਓ, ਏਜੰਟ ਦੇ ਅਕਾਊਂਟ 'ਚ ਫੀਸ ਨਾ ਪਾਓ। ਮੈਂ ਗੱਲ ਐ ਕਹਿ ਰਿਹਾ, ਕਈ ਏਜੰਟ ਭਰਾਵਾਂ ਨੂੰ ਕੌੜੀ ਵੀ ਲੱਗਣੀ ਹੈ ਕਿ ਇਹ ਤਾਂ ਜੀ ਇਹ ਦੱਸ ਰਹੇ ਕਿ ਫੀਸ ਏਜੰਟ ਨਾਲ ਅਸੀਂ ਪੈਕੇਜ ਕੀਤਾ ਸੀ, ਕਿਉਂ ਨਾ ਲਈਏ। ਫੀਸ ਡਾਇਰੈਕਟਲੀ ਯੂਨੀਵਰਸਿਟੀ ਨੂੰ ਪੇ ਕਰਵਾਓ। ਤੁਸੀਂ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਪੈਕੇਜ ਵੀ ਬੇਸ਼ੱਕ ਕੀਤਾ, ਫੀਸ ਡਾਇਰੈਕਟਲੀ ਯੂਨੀਵਰਸਿਟੀ ਨੂੰ ਪੇ ਕਰਾਓ। ਅਲਟੀਮੇਟਲੀ ਬੱਚੇ ਕੋਲ ਲੈ ਕੇ ਤੁਸੀਂ ਵੀ ਯੂਨੀਵਰਸਿਟੀ ਦੇਣੀ ਹੈ, ਤਾਂ ਕਿਉਂ ਨਾ ਬੱਚਾ ਡਾਇਰੈਕਟ ਯੂਨੀਵਰਸਿਟੀ ਪੇ ਕਰ ਦੇ, ਬਾਕੀ ਚੀਜ਼ਾਂ ਦਾ ਪੈਕੇਜ ਕਰ ਲਓ। ਬਿਲਕੁਲ ਕੁਲਦੀਪ ਜੀ, ਇਹ ਮੈਂ ਕਹਿੰਦਾ ਕਿ ਅਸੀਂ ਪੈਕੇਜ ਕਰਦੇ ਹਾਂ।
ਅਸੀਂ ਪੈਕੇਜ ਵਿੱਚ ਬੱਚੇ ਦੀ ਇਹ ਗਾਰੰਟੀ ਦਿੰਦੇ ਆ ਕਿ ਤੁਹਾਡਾ ਇੱਕ ਵੀ ਨਿੱਕੇ ਪੈਸੇ ਦੇ ਜੇ ਕੋਈ ਬੱਚਾ ਐ ਕਹਦੇ ਮੇਰੇ ਕੋਲੇ ਆ ਕੇ ਕਿ ਮੈਂ ਪੈਕੇਜ ਕੀਤਾ ਸੀ, ਪਹਿਲੀ ਗੱਲ ਤਾਂ ਕਿਸੇ ਬੱਚੇ ਦਾ ਕੇਸ ਰਿਫਿਊਜ਼ ਨਹੀਂ ਹੋਇਆ। ਇਨ ਦੈਟ ਕੇਸ ਪ੍ਰਮਾਤਮਾ ਨਾ ਕਰੇ ਕਿਸੇ ਦਾ ਹੋਏ, ਪਰ ਜੇ ਕਿਸੇ ਬੱਚੇ ਦਾ ਰਿਫਿਊਜ਼ਲ ਆ ਜੇ, ਜੋ ਬੱਚਾ ਆ ਕੇ ਕਹਦੇ ਕਿ ਮੇਰਾ ਕੋਈ ਲਾਸ ਹੋਇਆ ਤਾਂ ਕੁਲਦੀਪ ਜੀ ਜਿੰਨੇ ਪੈਸੇ ਬੱਚਾ ਕਹੂਗਾ ਮੈਂ ਦੇਣ ਨੂੰ ਤਿਆਰ ਹਾਂ। ਬੱਚੇ ਦਾ 1 ਰੁਪਏ ਦਾ ਵੀ ਸਿੰਗਲ ਲਾਸ ਨਹੀਂ ਹੋਣ ਦਿੰਦੇ। ਕਾਰਨ ਕੀ ਹੈ ਕਿ ਪੈਸੇ ਵੀਜ਼ੇ ਤੋਂ ਬਾਅਦ ਨੇ, ਕੁਝ ਚੀਜ਼ਾਂ ਪਹਿਲਾਂ ਜਾਂਦੀਆਂ ਨੇ, ਪਰ ਬੱਚੇ ਦਾ ਕੋਈ ਵੀ ਬੱਚੇ ਨੂੰ ਗਾਰੰਟੀ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਬੱਚੇ ਦਾ ਕੋਈ 1 ਪੈਸੇ ਦਾ ਨੁਕਸਾਨ ਨਹੀਂ ਹੋਊਗਾ। ਈਚ ਐਂਡ ਐਵਰੀਥਿੰਗ ਪੈਕੇਜ 'ਚ ਹੁੰਦੀ ਹੈ। ਕੋਈ ਬੱਚਾ ਪੈਕੇਜ ਕਰਦਾ ਉਹਦੀ 6 ਮਹੀਨੇ ਦੀ ਫੀਸ ਜਾਂ ਸਾਲ ਦੀ ਫੀਸ ਜਿੰਨੀ ਬੱਚਾ ਭਰਨੀ ਚਾਹੁੰਦਾ, ਘੱਟੋ ਘੱਟ ਮੈਂ 6 ਮਹੀਨੇ ਦੀ ਫੀਸ ਤੋਂ ਬਿਨਾ ਮੈਂ ਬੱਚੇ ਦਾ ਕੇਸ ਨਹੀਂ ਫੜਦਾ ਕਿ ਜੇ 6 ਮਹੀਨੇ ਦੀ ਫੀਸ ਨਹੀਂ ਕਰਾਉਣੀ ਤਾਂ ਬੈਟਰ ਹੈ ਤੁਸੀਂ ਅਪਲਾਈ ਨਾ ਕਰੋ, ਪਹਿਲਾਂ ਆਪਣੀ ਫੀਸ ਅਰੇਂਜ ਕਰ ਲਓ ਫਿਰ ਅਪਲਾਈ ਕਰੋ। ਇਹ ਵੀ ਗੱਲ ਮੈਨੂੰ ਲੱਗਦਾ ਕਈਆਂ ਨੂੰ ਕਹਿਣਾ ਕਿ ਯਾਰ ਸਾਡਾ ਤਾਂ ਬਜਟ ਘੱਟ ਹੈ, ਇਹ ਤਾਂ ਆਉਣ ਤੋਂ ਮਨਾ ਕਰ ਰਹੇ ਨੇ। ਬੇਸ਼ੱਕ ਕਰ ਰਹੇ ਪਰ ਤੁਹਾਡੇ ਭਲੇ ਲਈ ਕਰ ਰਹੇ ਆ। 6 ਮਹੀਨੇ ਦੀ ਫੀਸ ਤੁਹਾਡੀ ਜਮ੍ਹਾਂ ਹੋਣੀ ਹੈ, ਤੁਹਾਡਾ ਉੱਥੇ IHS ਜਾਣਾ, ਤੁਹਾਡੀ ਐਮਬੈਸੀ ਫੀਸ ਲੱਗਣੀ ਹੈ। ਬੈਚਲਰ ਵਾਲੇ ਬੱਚੇ ਦਾ IHS 2 ਲੱਖ ਰੁਪਏ ਆ ਜਾਂਦਾ। ਜੇ ਆਪਾਂ ਮਾਸਟਰ ਦੀ ਗੱਲ ਕਰੀਏ ਤਾਂ ਉਹਦਾ ਵੀ IHS ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ। ਸੋ ਜਿਹੜਾ ਬੰਦੇ ਦਾ IHS ਹੀ 2 ਲੱਖ ਜਾਣਾ ਹੈ, ਉਹ ਬੰਦਾ 3 ਲੱਖ 'ਚ UK ਕਿਵੇਂ ਪਹੁੰਚ ਜਾਊਗਾ? ਸੋ ਉਹ ਗੱਲਾਂ ਧਿਆਨ ਦੇਣ ਵਾਲੀਆਂ ਨੇ। UKVI ਦੀ ਜਿਹੜੀ ਆਪਣੇ ਹੋਮ ਆਫਿਸ ਦੀ ਵੈਬਸਾਈਟ ਹੈ, UK ਸਟੂਡੈਂਟ ਵੀਜ਼ਾ ਪਾ ਕੇ ਵੀ ਸਰਚ ਕਰੋ, government.uk ਵਾਲੇ ਦੀ ਸਾਈਟ ਤੇ ਸਰਚ ਕਰੋਗੇ, ਕੱਲੀ ਚੀਜ਼ ਲਿਖੀ ਹੋਈ, ਕਿੰਨਾ ਤੁਹਾਡਾ ਇੰਸ਼ੋਰੈਂਸ ਜਾਣਾ, ਕਿੰਨਾ ਕੀ ਅਮਾਊਂਟ ਜਾਣਾ, ਸਾਰੀਆਂ ਚੀਜ਼ਾਂ ਉੱਥੇ ਲਿਖੀਆਂ ਹੋਈਆਂ ਨੇ। ਉਹਨਾਂ ਨੂੰ ਪੜ੍ਹ ਲਿਖ ਕੇ ਸਮਝ ਕੇ ਜਾਇਆ ਕਰੋ। ਇੱਥੋਂ ਠੱਗੇ ਜਾਂਦੇ ਹੋ, ਉੱਥੇ ਜਾ ਕੇ ਤੁਹਾਨੂੰ ਠੱਗੀ ਦੀ ਸਮਝ ਆਉਂਦੀ ਹੈ, ਉਦੋਂ ਤੱਕ ਜਿਹੜੀ ਹੈ ਮੈਂ ਕਹਿੰਦਾ ਕਿ ਮੇਲਾ ਮੁੱਕ ਚੁੱਕਿਆ ਹੁੰਦਾ, ਤੁਹਾਡੇ ਕੋਲੇ ਬਚਣਾ ਕੁਝ ਨਹੀਂਗਾ। ਫਿਰ ਤੁਸੀਂ ਇਲੀਗਲ ਹੋਣਾ, ਫਿਰ ਤੁਸੀਂ ਆਉਣ ਵਾਲੇ 50 ਬੱਚਿਆਂ ਦਾ ਹੋਰ ਭਵਿੱਖ ਖਰਾਬ ਕਰਨਾ ਹੈ। ਉਹੀ ਗੱਲ ਸੇਮ ਕਿ 18 ਵਾਲੇ ਜਿਹੜੀਆਂ ਐਲੀਜੀਬਿਲਟੀਆਂ ਸੀ ਉਹ ਆ ਕੇ 21 ਤੱਕ 22 ਤੱਕ ਪਹੁੰਚਦੇ ਆ। ਕਿਵੇਂ ਚੇਂਜ ਹੋ ਗਿਆ ਕਿ ਬੱਚਿਆਂ ਦੀ ਕਮੀ ਕਰਕੇ, ਏਜੰਟਸ ਦੇ ਗਲਤ ਪ੍ਰੈਕਟਿਸ ਕਰਨ ਕਰਕੇ ਅੱਜ ਕੋਈ ਵੀ ਬੱਚਾ ਅਪਲਾਈ ਕਰਨਾ ਚਾਹੁੰਦਾ, ਚਾਹੇ UK ਦਾ ਚਾਹੇ ਕੈਨੇਡਾ ਦਾ, ਪ੍ਰੋਪਰ ਰੂਲਸ ਰੈਗੂਲੇਸ਼ਨ ਚੈੱਕ ਕਰਕੇ ਅਪਲਾਈ ਕਰਿਆ ਕਰੋ। ਏਜੰਟ ਦਾ ਬੈਕਗਰਾਉਂਡ ਜ਼ਰੂਰ ਚੈੱਕ ਕਰੋ। ਮੈਂ ਨਹੀਂ ਕਹਿੰਦਾ ਕਿਸੇ ਨਵੇਂ ਕੋਲੋਂ ਅਪਲਾਈ ਨਾ ਕਰੋ ਜਾਂ ਕਿਸੇ ਪੁਰਾਣੇ ਕੋਲੋਂ ਹੀ ਅਪਲਾਈ ਕਰੋ। ਮੈਂ ਹੁਣ ਕੋਈ ਇੰਨੀ ਤਾਂ ਮੇਰੀ ਉਮਰ ਵੀ ਨਹੀਂ ਕਿ ਮੈਂ ਕਹਾਂਗੀ ਮੈਨੂੰ 10 ਸਾਲ 20 ਸਾਲ ਹੋ ਗਏ ਕੰਮ ਕਰਦੇ ਨੂੰ, ਮੈਨੂੰ 6 ਤੋਂ 7 ਸਾਲ ਹੋਏ ਇੰਡਸਟਰੀ 'ਚ ਕੰਮ ਕਰਦੇ ਨੂੰ। ਬਟ ਇਹਨਾਂ 6-7 ਸਾਲਾਂ 'ਚ ਮੈਂ ਨਹੀਂ ਕਹਿੰਦਾ ਕਿ ਮੈਂ 10,000 ਵੀਜ਼ਾ ਲਵਾਤਾ ਜਾਂ ਮੈਂ ਆਪਦੀ ਪਾਵਾਂ ਕਿ ਮੇਰੇ 100% ਵੀਜ਼ਾ ਆਉਂਦੇ ਨੇ। 100% ਵੀਜ਼ਾ ਕਦੇ ਕਿਸੇ ਦੇ ਨਹੀਂ ਆ ਸਕਦੇ। 10,000 ਵੀਜ਼ਾ ਮੈਂ ਨਹੀਂ ਲਵਾਇਆ। ਬਟ ਜਿਹੜੇ ਬੱਚਿਆਂ ਨੇ ਸਾਡੇ ਕੋਲ ਵਿਜ਼ਿਟ ਕੀਤਾ, ਜੇ ਕਿਸੇ ਬੱਚੇ ਦੀ ਰਿਫਿਊਜ਼ਲ ਵੀ ਆਉਂਦੀ ਹੈ ਤਾਂ ਉਸ ਬੱਚੇ ਦਾ ਫੀਡਬੈਕ ਵੀ ਪੋਜ਼ਿਟਿਵ ਹੁੰਦਾ ਹੈ, ਬਿਕੋਜ਼ ਬੱਚੇ ਨੂੰ ਜਿਹੜੀ ਈਚ ਐਂਡ ਐਵਰੀਥਿੰਗ ਟਰਾਂਸਪੇਰੈਂਸੀ ਨਾਲ ਦੱਸੀ ਹੁੰਦੀ ਹੈ। ਟਰਾਂਸਪੇਰੈਂਸੀ ਸਾਡੇ ਕੰਮ ਦੇ ਵਿੱਚ ਬਹੁਤ ਜ਼ਰੂਰਤ ਹੈ, ਕਿਉਂਕਿ ਅਸੀਂ ਬੱਚੇ ਦਾ ਭਵਿੱਖ ਬਣਾਉਣ ਲਈ ਬੈਠੇ ਆਪਦੇ ਆਪ ਨੂੰ ਅਸੀਂ ਕੰਸਲਟੈਂਟ ਕਹਾਉਂਦੇ ਆ। ਕੰਸਲਟੈਂਟ ਕਹਾਉਣ ਦਾ ਫਾਇਦਾ ਤਾਂ ਜੇ ਤੁਸੀਂ ਬੱਚੇ ਨੂੰ ਕੰਸਲਟ ਕਰੋ। ਇਹ ਨਹੀਂ ਕਿ ਬੱਚਾ ਤੁਹਾਡੇ ਕੋਲ ਆਏ ਤੁਸੀਂ ਇਹ ਸੋਚੋ ਕਿ ਬੱਚੇ ਦੀ ਛਿੱਲ ਕਿਵੇਂ ਲਾਉਣੀ ਹੈ, ਆਪਣੇ ਦਫ਼ਤਰ ਦੇ ਖਰਚੇ ਕਿਵੇਂ ਕੱਢਣੇ। ਦਫ਼ਤਰ ਦੇ ਖਰਚੇ ਬਾਅਦ 'ਚ ਸੋਚੋ, ਪਹਿਲਾਂ ਇਹ ਚੀਜ਼ ਸੋਚੋ ਕਿ ਤੁਸੀਂ ਆਪਦੇ ਆਪ ਨੂੰ ਕੰਸਲਟੈਂਟ ਕਹਾਉਂਦੇ ਹੋ ਕਿ ਤੁਸੀਂ ਕੰਸਲਟੈਂਸੀ ਜੈਨੂਇਨ ਕਰ ਰਹੇ ਹੋ, ਬੱਚੇ ਨੂੰ ਜੈਨੂਇਨ ਗਾਈਡੈਂਸ ਦੇ ਰਹੇ ਹੋ ਕਿ ਬੱਚੇ ਨੂੰ ਜਿਹੜੇ ਰੂਲਸ ਰੈਗੂਲੇਸ਼ਨ ਤੁਸੀਂ ਦੱਸ ਰਹੇ ਹੋ। ਇੱਥੋਂ ਬੱਚੇ ਨੂੰ ਸੁਪਨਾ ਦਿਖਾਇਆ ਜਾਂਦਾ ਕਿ ਤੂੰ UK ਜਾਣਾ, UK ਜਾ ਕੇ 2-3 ਲੱਖ ਰੁਪਏ ਤੂੰ ਮਹੀਨੇ ਦਾ ਕਮਾਉਣਾ, ਫੀਸ ਤਾਂ ਤੇਰੇ ਵਾਸਤੇ ਚੀਜ਼ ਹੀ ਕੁਝ ਨਹੀਂ, ਤੂੰ ਤਾਂ ਜਾ ਕੇ 2 ਮਹੀਨੇ 'ਚ ਸਾਰੀ ਫੀਸ ਕੱਢ ਲੈਣੀ ਹੈ, ਤੂੰ ਤਾਂ ਇਦਾਂ ਕਰ ਲੈਣਾ, ਤੂੰ ਇਦਾਂ ਕਰ ਲੈਣਾ, ਤੇਰੇ ਤਾਂ ਘਰੇ ਇਦਾਂ ਹੋ ਜਾਣਾ। ਬਟ ਇੱਥੋਂ ਜਾ ਕੇ UK ਜਾਣ ਸਰ ਕਿਸੇ ਉੱਤੇ ਪੈਸੇ ਨਹੀਂ ਲੱਗੇ ਜਿਹੜੇ ਜਾ ਕੇ ਤੁਸੀਂ ਪੌਂਡ ਤੋੜ ਦੇਣਾ, ਜਾ ਕੇ ਤੁਸੀਂ ਆਪਣਾ ਪਹਿਲਾਂ ਮਹੀਨਾ ਸੈਟਲ ਹੋਣ 'ਚ ਲੰਘ ਜਾਣਾ, ਕੰਮ ਲੱਭਦਿਆਂ ਵੀ ਟਾਈਮ ਲੱਗਦਾ। ਅਲਟੀਮੇਟਲੀ ਕਈ ਬੱਚੇ ਇਹ ਵੀ ਹੁੰਦੇ ਕਿ ਜਿਹਨਾਂ ਨੂੰ ਜਾਣ ਸਰ 2-4 ਦਿਨ 'ਚ ਕੰਮ ਮਿਲ ਜਾਂਦਾ ਹੈ। ਮੇਰਾ ਸਟੂਡੈਂਟ ਇੱਕ ਨੂਰਪ੍ਰੀਤ ਸਿੰਘ, ਮੇਰਾ ਵਧੀਆ ਸਟੂਡੈਂਟ ਸੀ, ਇੱਥੇ ਵੀ ਉਹ ਬੱਚਾ ਮਿਹਨਤੀ ਸੀਗਾ। ਉੱਥੇ ਜਾ ਕੇ ਬੱਚੇ ਨੇ ਦੱਸਿਆ ਕਿ ਮੈਂ ਸਰ ਤੀਜੇ ਦਿਨ ਹੋਇਆ ਤੇ ਬੱਚਾ ਕੰਮ ਤੇ ਚਲਾ ਗਿਆ। ਸੋ ਉਹਨੇ ਇੱਥੋਂ ਭਾਲ ਸ਼ੁਰੂ ਕਰਤੀ ਸੀ, ਇੱਥੋਂ ਆਪਣੇ ਰਿਜ਼ਿਊਮੇ ਜਿਹੜੇ ਸੀ ਭੇਜਣੇ ਸ਼ੁਰੂ ਕਰਤੇ ਸੀ। ਇਹ ਨਾ ਸੋਚੋ ਕਿ ਜਾਓਗੇ ਜਾਣ ਸਰ ਕੰਮ ਮਿਲ ਜੂਗਾ, ਪੈਸੇ ਕਮਾ ਲਓਗੇ, ਸਾਰਾ ਕੁਝ ਸੈਟਲ ਹੋ ਜੂਗਾ। ਉੱਥੇ ਜਾ ਕੇ ਲਾਈਫ ਦੀ ਜਿਹੜੀ ਆ ਸਟਰਗਲ ਆ ਉਹ ਸਟਾਰਟ ਹੋਣੀ ਹੈ। ਸਾਲ ਦੀ ਪੜ੍ਹਾਈ ਲਈ 3 ਸਾਲ ਦੀ ਪੜ੍ਹਾਈ ਲਈ ਗਏ, ਸੋਚ ਕੇ ਜਾਓ ਕਿ ਇਹ ਸਾਲ ਤੁਹਾਡੇ ਸਟਰਗਲ ਦੇ ਹੈਗੇ ਆ। ਜੇ ਪੜ੍ਹਾਈ ਪੂਰੀ ਕਰ ਗਏ UK ਦੇ ਵਿੱਚ, ਵਰਕ ਪਰਮਿਟ ਤੇ ਆ ਗਏ, ਵਰਕ ਪਰਮਿਟ ਕੰਪਲੀਟ, ਜਦੋਂ ਮੇਨ ਤੱਕ ਟੀਚਾ ਪੜ੍ਹਾਈ ਪੂਰੀ ਕਰਨਾ, ਜਦੋਂ ਕੁਲਦੀਪ ਜੀ ਪੜ੍ਹਾਈ ਪੂਰੀ ਹੋ ਗਈ ਵਰਕ ਪਰਮਿਟ ਆਟੋਮੈਟਿਕ ਮਿਲ ਜਾਣਾ। ਜਿਹਨੂੰ ਬੱਚੇ ਨੂੰ ਡਿਗਰੀ ਕੰਪਲੀਟ ਹੋਈ ਉਹਨੂੰ ਹੀ ਵਰਕ ਪਰਮਿਟ ਮਿਲਣਾ। ਇੱਥੇ ਇਹ ਵੀ ਬੜਾ ਹੈ ਕਿ ਤੁਸੀਂ ਸਟੱਡੀ ਵੀਜ਼ੇ ਤੇ ਜਾ ਰਹੇ ਹੋ, ਵਰਕ ਪਰਮਿਟ ਮਿਲੂਗਾ ਹੀ ਮਿਲੂਗਾ। ਉਹ ਮਿਲੂਗਾ ਤੇ ਤਾਂ ਜੇ ਤੁਸੀਂ ਸਟੱਡੀ ਕਰੋਗੇ। ਹੁਣ ਬੱਚੇ ਸਟੱਡੀ ਨਹੀਂ ਕਰਦੇ, ਸੋਚਦੇ ਨੇ ਕਿ ਵਰਕ ਪਰਮਿਟ ਮਿਲੂਗਾ। ਡਿਗਰੀ ਕੰਪਲੀਟ ਕਰੋਗੇ, ਵਰਕ ਪਰਮਿਟ ਮਿਲੂਗਾ। 5 ਸਾਲ ਦੀ ਸਟੇ ਤੋਂ ਬਾਅਦ ਤੁਸੀਂ PR ਪਾ ਸਕਦੇ ਹੋ। ਤੁਹਾਡੀ ਇੱਕ ਐਵਰੇਜ ਸੈਲਰੀ ਹੈਗੀ ਹੈ, ਸਕਿੱਲਸ ਦੇ ਅਕੋਰਡਿੰਗ ਹੈਗੇ। PR ਤੁਹਾਡੀ ਜ਼ਰੂਰ ਹੋਊਗੀ ਜੇ ਤੁਸੀਂ ਉੱਥੇ ਲੀਗਲ ਰਹਿੰਦੇ ਹੋ ਤਾਂ ਹੋਣੀ ਹੈ। ਇਸ ਕਰਕੇ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਫਿਰ ਅਪਲਾਈ ਕਰੋ। ਨਿਰਾ ਇਹ ਨਾ ਸੋਚ ਕੇ ਅਪਲਾਈ ਕਰੋ ਕਿ UK ਵਿਦਆਊਟ ਹੈਲਥ ਵੀਜ਼ਾ ਦੇ ਰਿਹਾ ਜੀ। ਸੋ ਜਿਹੜੀ ਖੁਦ ਰਿਸਰਚ ਕਰਨੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਬੱਚਿਆਂ ਦੇ ਲਈ। ਪੇਰੈਂਟਸ ਨੂੰ ਵੀ ਗੁਜ਼ਾਰਿਸ਼ ਕਰਾਂਗਾ ਵੀ ਬੱਚਿਆਂ ਨੂੰ ਕਿਹਾ ਕਰੋ ਵੀ ਤੁਸੀਂ ਇੰਟਰਨੈਟ ਤੇ ਦੇਖੋ, ਸਾਰਾ ਦਿਨ ਫੋਨ ਜਿਹੜਾ ਯੂਜ਼ ਕਰਦੇ ਉਹਨੂੰ ਚੰਗੇ ਪਾਸੇ ਲਾਓ। ਦੇਖੋ ਕਿਹੜੀ ਯੂਨੀਵਰਸਿਟੀ ਦੀਆਂ ਕੀ ਰਿਕੁਆਇਰਮੈਂਟ ਨੇ, ਕੀ ਤੁਹਾਨੂੰ ਦੱਸਿਆ ਜਾ ਰਿਹਾ। ਫਿਰ 5-4 ਕੰਸਲਟੈਂਟਸ ਦੇ ਕੋਲ ਜਾਓ, ਰਿਟਨ ਦੇ ਵਿੱਚ ਸਾਰੀ ਉਹਨਾਂ ਦੇ ਕੋਲੋਂ ਜਿਹੜੀ ਕਾਉਂਸਲਿੰਗ ਲਓ, ਕੀ ਕੀ ਦਿੱਤਾ ਜਾ ਰਿਹਾ, ਕਿਹੜੀਆਂ ਚੀਜ਼ਾਂ ਜਿਹੜੀਆਂ ਪੈਕੇਜ 'ਚ ਇਨਕਲੂਡ ਰਹਿਣਗੀਆਂ, ਕਿਹੜੀਆਂ ਤੁਹਾਨੂੰ ਦੇਣੀਆਂ ਪੈਣਗੀਆਂ। ਫਿਰ ਉਸ ਤੋਂ ਬਾਅਦ ਜਿਹੜਾ ਡਿਸੀਜ਼ਨ ਲਓ। ਇਹ ਨਹੀਂ ਕਿ ਹਾਂ ਆਪਾਂ ਕਿਸੇ ਨੂੰ ਫਾਈਲ ਫੜਾ ਦਿੱਤੀ ਕਿ ਸਿਰਫ UK ਜਾਣਾ ਕਹਿ ਕੇ ਆ ਗਏ, ਇਹ ਨਹੀਂ ਪਤਾ ਵੀ ਕਿਹੜੀ ਯੂਨੀਵਰਸਿਟੀ ਭੇਜਿਆ ਜਾ ਰਿਹਾ, ਕਿਹੜੇ ਕਾਲਜ ਭੇਜਿਆ ਜਾ ਰਿਹਾ ਜਾਂ ਕਿਹੜੇ ਕੋਰਸ ਦੇ ਲਈ ਭੇਜਿਆ ਜਾ ਰਿਹਾ। ਕੋਸ਼ਿਸ਼ ਕਰੋ ਕਿ ਇੱਕ ਸੀਰੀਅਸ ਹੋ ਕੇ ਜਿਹੜਾ ਅਪਲਾਈ ਕਰਿਆ ਕਰੋ, ਤਾਂ ਕਿ ਬਾਅਦ ਦੇ ਵਿੱਚ ਫਿਰ ਜਿਹੜਾ ਬਲੇਮ ਨਾ ਕੀਤਾ ਜਾਵੇ। ਸਾਰੀ ਗਲਤੀ ਕੰਸਲਟੈਂਟ ਦੀ ਨਹੀਂ ਹੁੰਦੀ ਕਿ ਠੱਗੀ ਵੱਜ ਗਈ, ਕਿਤੇ ਨਾ ਕਿਤੇ
ਬੱਚਿਆਂ ਦੀ ਖੁਦ ਦੀ ਜਾਂ ਪੇਰੈਂਟਸ ਦੀ ਗਲਤੀ ਵੀ ਹੈ ਜਿਨ੍ਹਾਂ ਨੇ ਰਿਸਰਚ ਨਹੀਂ ਸੀ ਕੀਤੀ। ਸੋ ਜਤਿੰਦਰ ਜੀ ਮੇਰੇ ਨਾਲ ਨੇ, ਕੋਈ ਵੀ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰਨਾ ਚਾਹੁੰਦੇ ਹੋ, ਇਹਨਾਂ ਦਾ ਨੰਬਰ ਦਿਖਾਇਆ ਜਾ ਰਿਹਾ, ਉਸ ਨੰਬਰ ਤੇ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਤੁਸੀਂ ਮਿਲ ਸਕਦੇ ਹੋ। ਮੋਹਾਲੀ, ਜਲੰਧਰ ਤੇ ਕੁਰੂਕਸ਼ੇਤਰ ਦੇ ਵਿੱਚ ਆਫਿਸ ਇਹਨਾਂ ਦਾ। ਕੋਈ ਵੀ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਚਾਹੀਦੀ ਹੈ ਉਹ ਫ੍ਰੀ ਆਫ ਕਾਸਟ ਤੁਹਾਨੂੰ ਦਿੱਤੀ ਜਾਏਗੀ। ਜਾਣਕਾਰੀ ਲੈਣ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਅੱਛਾ, ਰਿਜੈਕਸ਼ਨ ਵਾਲੇ ਬੱਚੇ ਕਈ ਵਾਰ ਮਿਲਦੇ ਨੇ, ਵੈਸੇ ਤਾਂ ਯੂਕੇ 'ਚ ਬਹੁਤ ਘੱਟ ਰਿਜੈਕਸ਼ਨ ਆਉਂਦੀ, ਪਰ ਤੁਸੀਂ ਵੀ ਜਿਵੇਂ ਦੱਸਿਆ ਵੀ 100% ਕਹਿ ਦਿੰਦੇ ਨੇ ਵੀਜ਼ਾ ਕਿਸੇ ਦਾ ਨਹੀਂ ਆਉਂਦਾ। ਇੱਕ ਦੋ ਵਾਕਿਆ ਤੁਸੀਂ ਵੀ ਮੈਨੂੰ ਦੱਸੇ ਵੀ ਵੀਜ਼ਾ ਰਿਜੈਕਟ ਹੋ ਗਿਆ ਸੀਗਾ ਬਟ ਉਹ ਦੁਬਾਰਾ ਮਿਲ ਜਾਂਦਾ ਵੀਜ਼ਾ। ਬਿਲਕੁਲ ਦੋ ਚੀਜ਼ਾਂ ਆ ਜਾਂਦੀਆਂ, ਇੱਕ ਵੀਜ਼ਾ ਰਿਜੈਕਟ ਹੋ ਗਿਆ, ਤੁਸੀਂ ਕਹਿੰਦੇ ਬਈ ਲੈ ਲਿਆ, ਇੱਕ ਕਹਿੰਦੇ ਵੀ ਵੀਜ਼ਾ ਰਿਜੈਕਟ ਹੋ ਗਿਆ ਉਹ ਆਪਾਂ ਲੈ ਨਹੀਂ ਸਕਦੇ, ਵੀ ਡਾਕੂਮੈਂਟ ਹੀ ਇਦਾਂ ਦੇ ਲਾ ਦਿੱਤੇ ਸੀ ਕਿ ਬੈਨ ਹੋ। ਪਹਿਲੀ ਗੱਲ ਤਾਂ ਚਾਂਸਿਸ 100% ਹੁੰਦੇ ਆ ਕਿ ਵੀਜ਼ਾ ਆਉਂਦਾ ਹੈ। 1% ਕਿਸੇ ਬੱਚੇ ਦੇ ਕਦੋਂ ਰਿਫਿਊਜ਼ਲ ਹੁੰਦੀ, ਕੋਈ ਡਾਕੂਮੈਂਟ 'ਚ ਕੋਈ ਦਿੱਕਤ ਆ ਗਈ, ਕੋਈ ਡਾਕੂਮੈਂਟ ਕਲੀਅਰ ਨਹੀਂ ਪ੍ਰੋਪਰ ਭੇਜੇ। ਅੰਬੈਸੀ ਮੈਂ ਕਹਿੰਦਾ ਕਿ ਇੰਨੀ ਕੁ ਚੰਗੀ ਅੰਬੈਸੀ ਹੈ, ਸਾਡਾ ਇੱਕ ਬੱਚਾ ਫਾਈਲ ਲਾਉਣ ਗਿਆ, ਕੁੜੀ ਇਸ ਟਾਈਮ ਯੂਕੇ ਬੈਠੀ ਹੈ, ਨਿਸ਼ਾ ਬੱਚੇ ਦਾ ਨਾਮ ਹੈ, ਤੁਸੀਂ ਸ਼ਾਇਦ ਵੀਡੀਓਜ਼ 'ਤੇ ਦੇਖਿਆ ਹੋਊਗਾ। ਉਹ ਫਾਈਲ ਲਾਉਣ ਗਈ, ਆਪਦਾ ਮੈਡੀਕਲ ਤੇ ਜਿਹੜੇ ਆਪਣਾ ਫੰਡ ਦੀ ਸਟੇਟਮੈਂਟ ਸੀਗੀ ਉਹ ਸਕੈਨ ਹੀ ਨਹੀਂ ਕਰਾ ਕੇ ਆਈ ਉੱਥੇ। ਹੁਣ ਜੇ ਕੋਈ ਹੋਰ ਕੰਟਰੀ ਹੁੰਦੀ ਤਾਂ ਮੈਨੂੰ ਲੱਗਦਾ ਸ਼ਾਇਦ ਦਾ ਵੀਜ਼ਾ ਰਿਫਿਊਜ਼ ਹੁੰਦਾ, ਬਟ ਬੱਚੇ ਨੂੰ ਮੇਲ ਆਉਂਦੀ ਹੈ ਕਿ ਤੁਹਾਡੇ ਡਾਕੂਮੈਂਟ ਦੇ ਵਿੱਚ ਆ ਡਾਕੂਮੈਂਟ ਨਹੀਂ ਪਹੁੰਚੇ, 10 ਦਿਨ ਦਾ ਟਾਈਮ ਹੈ, ਤੁਸੀਂ ਡਾਕੂਮੈਂਟ ਅਪਲੋਡ ਕਰ ਦਿਓ। ਸੋ ਬੱਚੇ ਦੇ ਡਾਕੂਮੈਂਟ ਅਪਲੋਡ ਕੀਤੇ, ਮਤਲਬ ਸੇਮ ਡੇ ਡਾਕੂਮੈਂਟ ਅਪਲੋਡ ਕਰਤੇ ਬੱਚੇ ਦੇ, ਤੇ ਉਦੋਂ ਬਾਅਦ ਜਦੋਂ ਬੱਚੇ ਦਾ ਜਿਹੜਾ ਵੀਜ਼ਾ ਹੈ ਉਹ ਵਿਦਿਨ 10 ਜਾਂ 11 ਡੇਜ਼ 'ਚ ਬੱਚੇ ਦਾ ਵੀਜ਼ਾ ਆ ਗਿਆ। ਹੁਣ ਇੱਥੇ ਮੈਂ ਇੱਕ ਹੋਰ ਗੱਲ ਸ਼ੇਅਰ ਕਰਦਾ, ਕਈ ਵਾਰੀ ਬੱਚਿਆਂ ਨੂੰ ਇਹ ਬੜਾ ਲੱਗਦਾ ਕਿ ਸਰ ਸਾਡੀ ਮੇਲ ਆਈਡੀ ਤੁਸੀਂ ਕਿਉਂ ਆਪਰੇਟ ਕਰਦੇ ਹੋ। ਉਹ ਜੇ ਕਾਰਨ ਹੁੰਦਾ, ਹੁਣ ਬੱਚਾ ਕਈ ਵਾਰੀ 4 ਦਿਨ ਮੇਲ ਹੀ ਨਹੀਂ ਦੇਖਦਾ। ਇਦਾਂ ਦੇ ਵਾਕਿਆ ਵੀ ਹੁੰਦੇ ਆ ਕਿ ਲਾਸਟ ਡੇ ਤੇ ਪਤਾ ਲੱਗਦਾ ਕਿ ਕੋਈ ਰਿਕੁਆਇਰਮੈਂਟ ਆ ਗਈ, ਬੱਚਾ ਪੂਰੀ ਨਹੀਂ ਕਰ ਸਕਿਆ, ਬੱਚੇ ਨੇ ਮੇਲ ਹੀ ਨਹੀਂ ਚੈੱਕ ਕੀਤੀ। ਕਈ ਵਾਰੀ ਚੀਜ਼ ਇਦਾਂ ਦੀ ਮੰਗਦੇ, ਚੀਜ਼ ਨੂੰ 5 ਦਿਨ ਲੱਗਣੇ ਹੁੰਦੇ ਆ, ਉਹ ਬੱਚੇ ਨੇ ਮੇਲ ਹੀ 5 ਦਿਨ ਬਾਅਦ ਦੇਖੀ ਤਾਂ ਕਿੱਦਾਂ ਕੰਪਲੀਟ ਕਰੂਗਾ। ਸੋ ਇਸ ਕਰਕੇ ਜਿਹੜੀ ਚੀਜ਼ ਆ, ਮੈਨੂੰ ਲੱਗਦਾ ਕਿ ਮੇਰੇ ਕੋਲ ਜਿੰਨੇ ਬੱਚੇ ਚੱਲਦੇ ਹੋਣਗੇ ਸਭ ਦੀਆਂ ਮੇਲ ਆਈਡੀ ਮੈਨੂੰ ਪਰਸਨਲੀ ਯਾਦ ਹੋਣੀਆਂ ਨੇ ਪਾਸਵਰਡ ਸਮੇਤ। ਕਾਰਨ ਹੈ ਕਿ ਜਦੋਂ ਬੱਚੇ ਦੀ ਫਾਈਲ ਪਹਿਲੇ ਦਿਨ ਚੱਲਦੀ ਹੈ, ਪ੍ਰੋਪਰਲੀ ਈਮੇਲ ਚੈੱਕ ਹੁੰਦੀਆਂ ਨੇ ਬੱਚੇ ਦੀਆਂ, ਤਾਂ ਕਰੀਦੀਆਂ ਨੇ ਕਿ ਬੱਚੇ ਦਾ ਇੱਕ ਪ੍ਰੋਸੈਸ ਸਾਨੂੰ ਕਲੀਅਰ ਰਹੇਗਾ। ਜੀ ਬੱਚਾ ਕੋਈ ਚੀਜ਼ ਸਕਿਪ ਵੀ ਕਰ ਜਾਂਦਾ, ਉਹਨੂੰ ਚੀਜ਼ਾਂ ਨਹੀਂ ਪਤਾ ਕਿ ਕਿੱਦਾਂ ਮੈਨੇਜ ਹੋਣੀਆਂ ਨੇ। ਸੋ ਉਹ ਕਈ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਰਿਫਿਊਜ਼ਲ ਆਉਂਦੀ ਹੈ, ਹੁਣ ਕਿਸੇ ਬੱਚੇ ਦੀ ਫੰਡ ਕਰਕੇ ਰਿਫਿਊਜ਼ਲ ਆ ਗਈ, ਹੁਣ ਕਿਸੇ ਦੇ ਫੰਡ ਤਾਂ ਫੇਕ ਲਾਤੇ ਤਾਂ ਰਿਫਿਊਜ਼ਲ ਆ ਗਈ, ਹੁਣ ਉਹਦੇ ਤਾਂ 320 ਲੱਗਣੀ ਹੈ, 10 ਸਾਲ ਦਾ ਬੈਨ ਵੀ ਲੱਗਣਾ, ਉਹਦਾ ਵੀਜ਼ਾ ਨਹੀਂ ਆ ਸਕਦਾ 10 ਸਾਲ ਤੱਕ ਜੀ। ਇੱਕ ਬੱਚਾ ਉਹਦੀ ਰਿਫਿਊਜ਼ਲ ਲੱਗੀ ਕਿ ਤੁਹਾਡੇ ਫੰਡ ਜਿਹੜੇ ਸਾਨੂੰ ਇੰਟੈਂਸ਼ਨ ਹੈ ਕਿ ਸ਼ਾਇਦ ਇਹ ਜਨਮਨ ਨਹੀਂ ਹੈਗੀ, ਉਸ ਕੇਸ 'ਚ ਹੁੰਦਾ ਕਈ ਵਾਰੀ ਮੈਨੇਜਰ ਨੂੰ ਕਾਲ ਆਉਂਦੀ ਹੈ, ਮੈਨੇਜਰ ਪਿਕ ਨਹੀਂ ਕਰਦਾ, ਕੋਈ ਮੇਲ ਆਈ ਉਹਦਾ ਰਿਵਰਟ ਨਹੀਂ ਹੋਇਆ, ਫੰਡ ਦੀ ਵੈਰੀਫਿਕੇਸ਼ਨ ਨਹੀਂ ਹੋਈ, ਜਾਂ ਕੋਈ ਡਾਕੂਮੈਂਟ ਲੱਗਿਆ ਜਿਹਦੀ ਵੈਰੀਫਿਕੇਸ਼ਨ ਨਹੀਂ ਹੋ ਪਾਈ, ਉਹ ਡਾਕੂਮੈਂਟ ਤੇ ਐਲੀਗੇਸ਼ਨ ਲਗਾ ਕੇ। ਯੂਕੇ ਐਮਬੈਸੀ ਦੀ ਇੱਕ ਹੋਰ ਵਧੀਆ ਗੱਲ ਹੈ ਕਿ ਪ੍ਰੋਪਰ ਜਿਹੜਾ ਰੀਜ਼ਨ ਉਹ ਲਿਖਿਆ ਹੁੰਦਾ ਕਿ ਆਹ ਰੀਜ਼ਨ ਸੀ, ਸਾਨੂੰ ਆਹ ਚੀਜ਼ ਲੱਗੀ ਤਾਂ ਕਰਕੇ ਤੁਹਾਡਾ ਜਿਹੜਾ ਵੀਜ਼ਾ ਉਹ ਰਿਜੈਕਟ ਕੀਤਾ। ਜਦੋਂ ਰੀਜ਼ਨ ਪੜਿਆ ਜਾਂਦਾ ਤਾਂ ਰੀਜ਼ਨ ਨੂੰ ਜੇ ਆਪਾਂ ਸੁਧਾਰ ਕੇ ਲਾਉਨੇ ਆ ਤਾਂ ਉਹਦੇ ਵਿੱਚ ਵੀਜ਼ਾ ਜਿਹੜਾ ਉਹ ਨਿਕਲ ਜਾਂਦਾ ਹੈ। ਇਸ ਕਰਕੇ ਇਹ ਨਹੀਂ ਕਿ ਜਿਹੜੇ ਬੱਚਿਆਂ ਦਾ ਰਿਜੈਕਟ ਹੋ ਗਏ, ਮੇਰੇ ਕੋਲ ਇੱਕ ਕੇਸ ਦਾ ਵੀਜ਼ਾ ਰਿਜੈਕਸ਼ਨ ਤੋਂ ਬਾਅਦ ਵੀ ਆ ਕਿ ਜੇ ਬੱਚੇ ਨੇ ਅਪਲਾਈ ਕੀਤਾ, ਉਹਨਾਂ ਨੇ ਆਪਣੇ ਜਿਹੜੇ ਫੰਡ ਸੀਗੇ, ਰਿਕੁਆਇਰਮੈਂਟ ਸੀਗੀ 25 ਲੱਖ ਦੀ, ਉਹਨਾਂ ਨੂੰ 40 ਲੱਖ ਦੀ ਉਹਨਾਂ ਦੀ ਫੰਡ ਦੀ ਸਟੇਟਮੈਂਟ ਲਾਤੀ ਜੀ। ਉਹ ਜਿਹੜੀ 25 ਲੱਖ ਵਾਲੇ ਫੰਡ ਦੀ ਸਟੇਟਮੈਂਟ ਸੀ, ਇੱਕੋ ਵੀ ਲਾਉਂਦੇ ਵੀਜ਼ਾ ਤਾਂ ਵੀ ਆ ਜਾਂਦਾ ਸੀ। ਏਜੰਟ ਕਹਿੰਦਾ ਜੀ ਤੁਹਾਡੇ ਕੋਲ ਪਏ ਆ, ਤੁਸੀਂ ਹੋਰ ਲਾ ਦਿਓ। ਹੁਣ ਜਿਹੜੇ ਤਾਂ 25 ਲੱਖ ਵਾਲੇ ਸੀ ਰਿਕੁਆਇਰ 19 ਕੀ ਸੀ, 15 ਦੀ ਐਕਸਟਰਾ ਇੱਕ ਹੋਰ ਸੀ, ਉਹ ਵੀ ਲਵਾਤੇ ਜੀ। ਹੁਣ ਉਹ 15 ਵਾਲੇ ਦੀ ਵੈਰੀਫਿਕੇਸ਼ਨ ਦੋਗੀ, 25 ਵਾਲੇ ਦੀ ਮੈਨੇਜਰ ਨੇ ਵੈਰੀਫਿਕੇਸ਼ਨ ਨਹੀਂ ਕੀਤੀ ਜੀ। ਹੁਣ ਉਸ ਕੇਸ 'ਚ ਕੀ ਹੈ ਕਿ ਅੰਬੈਸੀ ਨੇ ਉਹਦੀ ਰਿਜੈਕਸ਼ਨ ਲਾ ਕੇ ਭੇਜੀ ਕਿ ਤੁਹਾਡੇ ਫੰਡ ਨਹੀਂ, ਸੌਰੀ ਮਾਫ ਕਰਨਾ ਮੈਂ ਗਲਤ ਕਹਿ ਗਿਆ, ਕਿ 25 ਵਾਲੇ ਦੀ ਵੈਰੀਫਿਕੇਸ਼ਨ ਹੋ ਗਈ ਬਟ 15 ਵਾਲੇ ਦੀ ਵੈਰੀਫਿਕੇਸ਼ਨ ਨਹੀਂ ਹੋਈ। ਹੁਣ ਫੰਡ ਬੱਚੇ ਦੇ ਜੈਨੂਇਨ ਸੀਗੇ, ਹੁਣ ਹਾਲਾਂਕਿ ਦੇਖੀ ਤਾਂ 25 ਲੱਖ ਦੇ ਫੰਡ ਸੀਗੇ, ਰਿਕੁਆਇਰਮੈਂਟ 22-23 ਲੱਖ ਦੀ ਹੈ, ਤਾਂ ਵੀਜ਼ਾ ਆਉਣਾ ਚਾਹੀਦਾ ਸੀ, ਬਟ ਅੰਬੈਸੀ ਕਹਿੰਦੇ ਕਿ ਜੋ ਲੱਗੇ ਨਹੀਂ ਤਾਂ ਵੈਰੀਫਾਈਡ ਕਿਉਂ ਨਹੀਂ ਹੋ ਰਹੇ, ਬੱਚੇ ਨੇ ਲਾਏ ਕਿਉਂ, ਕਿਵੇਂ ਕੀ ਸਿਸਟਮ ਹੋ ਸਕਦਾ। ਰਿਜੈਕਸ਼ਨ ਆ ਗਈ ਕਿ ਸਾਡੇ ਕੋਲੇ ਆਇਆ, ਸੇਮ ਯੂਨੀਵਰਸਿਟੀ ਅਪਲਾਈ ਕੀਤਾ ਬੱਚੇ ਦਾ, ਸੇਮ ਦੁਬਾਰਾ ਉਹਦਾ ਬੱਚੇ ਦਾ ਵੀਜ਼ਾ ਵੀ ਆ ਗਿਆ। ਉਹਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਦੱਸਿਆ ਗਿਆ ਕਿ ਆਹ ਰੀਜ਼ਨ ਸੀ, ਮੈਨੇਜਰ ਤੋਂ ਪ੍ਰੋਪਰ ਇੱਕ ਇਨਫੋਰਮੇਸ਼ਨ ਲਏਗੀ, ਸਾਰਾ ਪੁੱਛਿਆ ਗਿਆ, ਤਾਂ ਉਹ ਕਿਤੇ ਨਾ ਕਿਤੇ ਮੈਨੇਜਰ ਦੀ ਕਮੀ ਸੀਗੀ ਕਿ ਉਹਨਾਂ ਵੱਲੋਂ ਜਿਹੜਾ ਉਹ ਅਪਡੇਸ਼ਨ ਨਹੀਂ ਦਿੱਤੀ ਗਈ ਸੀ। ਸੋ ਇਹ ਨਹੀਂ ਕਿ ਵੀਜ਼ਾ ਰਿਫਿਊਜ਼ ਹੋਇਆ, ਵੀਜ਼ਾ ਲੱਗ ਨਹੀਂ ਸਕਦਾ। ਹੁਣ ਪਿੱਛੇ ਅਸੀਂ ਇੱਕ ਬੱਚੇ ਦਾ ਵੀਜ਼ਾ ਸ਼ੇਅਰ ਕੀਤਾ ਸੀਗਾ, ਮਨਦੀਪ ਦਾ ਸਪਾਊਸ ਵੀਜ਼ਾ ਗਿਆ, ਉਹਦੀ 2 ਵਾਰੀ ਯੂਕੇ ਦੀ ਰਿਫਿਊਜ਼ਲ ਸੀਗੀ। ਉਹਨੇ ਬੱਚਾ ਸਾਈਪਰਸ ਸੀਗਾ ਉਹ ਮੁੰਡਾ, ਉਹਨੇ ਉੱਥੋਂ ਟੂਰਿਸਟ ਵੀਜ਼ਾ ਟਰਾਈ ਕੀਤਾ, ਉਹਦਾ 1 ਵਾਰੀ ਟਰਾਈ ਕੀਤਾ, 2 ਵਾਰੀ ਕੀਤਾ, ਤੇ ਉਸ ਤੋਂ ਬਾਅਦ ਜਿਹੜਾ ਉਹ ਬੱਚਾ ਇੰਡੀਆ ਆ ਗਿਆ ਕਿ ਮੇਰਾ ਵੀਜ਼ਾ ਨਹੀਂ ਲੱਗ ਰਿਹਾ। ਉਹਦਾ ਅਸੀਂ ਦੁਬਾਰਾ ਵੀਜ਼ਾ ਅਪਲਾਈ ਕੀਤਾ ਤਾਂ ਬੱਚੇ ਦਾ ਵੀਜ਼ਾ ਆ ਗਿਆ, ਬਟ ਉਹਦੇ ਵਿੱਚ ਰਿਫਿਊਜ਼ਲ ਦੀ ਸਾਰੀ ਜਾਣਕਾਰੀ ਦੇਣੀ ਪੈਂਦੀ ਹੈ, ਜੋ ਕਮੀਆਂ ਨੇ ਉਹ ਕੱਢਣੀਆਂ ਪੈਂਦੀਆਂ ਨੇ। ਇਹ ਨਹੀਂ ਕਿ ਜਸਟ ਤੁਸੀਂ ਕਿਤਾ ਫਾਈਲ ਆਈ, ਫਾਈਲ ਲੌਂਚ ਕਰਤੀ, ਵੀਜ਼ਾ ਆ ਗਿਆ ਤਾਂ ਵੀ ਠੀਕ, ਨਾ ਆ ਗਿਆ ਤਾਂ ਵੀ ਠੀਕ ਹੀ। ਇਹਨਾਂ ਚੀਜ਼ਾਂ ਤੇ ਰਿਸਰਚ ਕਰਨੀ ਹੁੰਦੀ ਹੈ। ਇਹੀ ਇੱਕ ਚੰਗੇ ਕੰਸਲਟੈਂਟ ਦਾ ਫਰਕ ਹੈ। ਮੈਂ ਤਾਂ ਇਹ ਕਹੂੰਗਾ ਕਿ ਏਜੰਟ ਤੇ ਕੰਸਲਟੈਂਟ 'ਚ ਇਹ ਫਰਕ ਹੋ ਗਿਆ ਹੁਣ। ਕਹਿਣ ਨੂੰ ਮੈਨੂੰ ਲੱਗਦਾ ਕਿ ਸਾਡੀ ਸਾਰੀ ਲੌਬੀ ਹੈ ਵਾਜਦੇ ਕਿ ਏਜੰਟ ਲੌਬੀ ਹੈ। ਦੂਜੀ ਗੱਲ ਕਿ ਮੈਨੂੰ ਲੱਗਦਾ ਕਿ ਪੰਜਾਬ ਦੇ ਜੇ ਕਿੱਤਿਆਂ ਦੀ ਗੱਲ ਕਰੀ ਤਾਂ ਸਭ ਤੋਂ ਜਿਹੜਾ ਬਦਨਾਮ ਕਿੱਤਾ ਹੋਊਗਾ ਉਹ ਜਿਹੜਾ ਕੰਸਲਟੈਂਸੀ ਵਾਲਾ ਹੋਊਗਾ। ਸਭ ਤੋਂ ਇੱਕ ਜਿਹੜਾ ਮਾੜਾ ਪੱਖ ਗਿਣਿਆ ਜਾਂਦਾ ਜੇ ਅੱਜ ਨੂੰ ਗੱਲ ਕਰੀਏ ਕਿ ਅਸੀਂ ਕੰਸਲਟੈਂਸੀ ਦਾ ਕੰਮ ਕਰਦੇ, ਕਈ ਵਾਰੀ ਇਹ ਹੁੰਦਾ ਅੱਛਾ ਤੁਸੀਂ ਫਿਰ ਡੌਂਕੀ ਲਵਾਉਂਦੇ ਹੋ, ਤੁਸੀਂ ਫਿਰ ਰੀਚ ਕਰਦੇ ਹੋ, ਤੁਸੀਂ ਕਿਹੜਾ ਵੀਜ਼ਾ ਲਵਾਉਂਦੇ ਹੋ, ਕਿੰਨੇ ਚ ਕਰਦੇ ਹੋ, ਪੈਸੇ ਪਹੁੰਚ ਤੇ ਲੈਂਦੇ ਹੋ। ਮਤਲਬ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਉਹ ਕਿਉਂ ਹੁੰਦੀਆਂ ਨੇ? ਕਿਉਂਕਿ ਇੱਕ ਜਿਹੜਾ ਫਰੇਮ ਹੈ, ਫੋਟੋ ਬਣੀ ਹੋਈ, ਉਹ ਇਦਾਂ ਦੀ ਬਣਾਈ ਹੋਈ, ਲੋਕਾਂ ਦੇ ਮਨਾਂ 'ਚ ਤਸਵੀਰ ਜਿਹੜੀ ਲਾਈ ਹੋਈ ਹੈ ਉਹ ਇਹ ਲਾਈ ਹੋਈ ਹੈ। ਯਾਰ ਏਜੰਟ ਤਾਂ ਯਾਰ ਪੈਸੇ ਬਹੁਤ ਲੈਂਦੇ ਨੇ, ਤੁਹਾਡੇ ਲੋਕਾਂ ਦੇ ਠੱਗਦੇ ਬਹੁਤ ਨੇ।
ਕਾਰਨ ਹੈ ਕਿ ਕਿਤੇ ਨਾ ਕਿਤੇ ਇਮੇਜ ਇਦਾਂ ਦੀ ਬਣਾਤੀ। ਬਟ ਜੇ ਕੋਈ ਚੰਗਾ ਕੰਮ ਵੀ ਕਰਦਾ ਹੈ, ਮਾੜੇ ਕਰਕੇ ਉਹ ਵੀ ਕਿਤੇ ਨਾ ਕਿਤੇ ਬਦਨਾਮ ਹੋ ਰਿਹਾ। ਸੋ ਬਟ ਫਿਰ ਵੀ ਜਿਹਨੇ ਚੰਗਾ ਕਰਨਾ, ਜੋ ਚੰਗਾ ਕਰੂਗਾ ਤਾਂ ਉਹਨੂੰ ਫਲ ਜ਼ਰੂਰ ਮਿਲਣਗੇ। ਅੱਜ ਇਹ ਨਹੀਂ ਕਿ ਮੈਂ ਕਹਿੰਦਾ ਕਿ ਮੈਂ ਸਭ ਤੋਂ ਚੰਗਾ, ਮੇਰੇ ਵਰਗਾ ਕੰਮ ਕੋਈ ਨਹੀਂ ਕਰਦਾ। ਮਾਰਕੀਟ 'ਚ ਹੋਰ ਬਹੁਤ ਚੰਗੇ ਲੋਕ ਬੈਠੇ ਨੇ, ਬਹੁਤ ਚੰਗਾ ਕੰਮ ਕਰ ਰਹੇ ਨੇ। ਮੇਰੇ ਕੋਲ ਨਹੀਂ ਅਪਲਾਈ ਕਰਨਾ ਨਾ ਕਰੋ, ਕੋਈ ਇਸ਼ੂ ਨਹੀਂ। ਹੋਰ ਬਹੁਤ ਚੰਗੇ ਕੰਸਲਟੈਂਟ ਨੇ, ਘੱਟੋ ਘੱਟ ਇੱਕ ਚੰਗੇ ਕੰਸਲਟੈਂਟ ਤੋਂ ਅਪਲਾਈ ਕਰੋ। ਕਿਸੇ ਏਜੰਟ ਕੋਲ ਨਾ ਜਾ ਕੇ ਇੱਕ ਕੰਸਲਟੈਂਟ ਕੋਲ ਜਾਓ, ਇੱਕ ਉਹ ਬੰਦੇ ਕੋਲ ਜਾਓ ਜਿਹੜਾ ਤੁਹਾਡੀ ਪ੍ਰੋਫਾਈਲ ਤੇ ਪੜ੍ਹ ਕੇ ਕੰਮ ਕਰ ਸਕੇ, ਤੁਹਾਨੂੰ ਵੀਜ਼ਾ ਲੈ ਕੇ ਦੇ ਸਕੇ। ਇਹ ਨਹੀਂ ਕਿ ਤੁਸੀਂ ਇੱਕ ਕਿਸੇ ਕੋਲ ਚਲੇ ਗਏ, ਉਹਨੇ ਤੁਹਾਡੀ ਫਾਈਲ ਫੜੀ, ਮੰਨ ਲਓ ਫੋਰ ਐਗਜ਼ਾਮਪਲ ਤੁਹਾਨੂੰ ਕੁਲਦੀਪ ਜੀ ਕੋ ਬੱਚਾ ਫਾਈਲ ਦੇ ਗਿਆ ਜੀ, ਤੁਸੀਂ ਉਹ ਫਾਈਲ ਚੱਕ ਕੇ ਮੈਨੂੰ ਦੇ ਦਿੱਤੀ, ਮੈਂ ਉਹ ਚੱਕ ਕੇ ਤੀਜੇ ਬੰਦੇ ਨੂੰ ਦੇ ਦਿੱਤੀ। ਉਹਦੇ ਵਿੱਚ ਬੱਚੇ ਨੂੰ ਤਾਂ ਪਤਾ ਹੀ ਨਹੀਂ ਕਿ ਮੇਰੀ ਇਨਫੋਰਮੇਸ਼ਨ ਕਿੱਥੇ ਆ। ਤੁਸੀਂ ਮੈਨੂੰ ਪੁੱਛਣਾ, ਮੈਂ ਅਗਲੇ ਨੂੰ ਪੁੱਛਣਾ, ਅਗਲੇ ਤੋਂ ਪੁੱਛਣਾ। ਸੋ ਬੱਚੇ ਦਾ ਡਿਲੇ ਇਦਾਂ ਹੁੰਦੇ ਨੇ। ਸੋ ਉਹ ਏਜੰਟ ਕੋਲ ਟਰਾਈ ਕਰਿਆ ਕਰੋ ਜਿਹਦੇ ਵੀਜ਼ੇ ਲੇਟੈਸਟ ਆਉਂਦੇ ਨੇ, ਕਿਉਂਕਿ ਲੇਟੈਸਟ ਵੀਜ਼ੇ ਉਹਦੇ ਹੀ ਚੰਗੇ ਵੀਜ਼ੇ, ਜ਼ਿਆਦਾ ਉਹਦੇ ਵੀਜ਼ੇ ਆਉਣੇ ਨੇ ਜਿਹੜਾ ਯੂਨੀਵਰਸਿਟੀ ਨਾਲ ਡਾਇਰੈਕਟ ਕੰਮ ਕਰ ਰਿਹਾ, ਜਿਹੜਾ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ। ਅੱਜ ਦੀ ਡੇਟ 'ਚ ਕੋਈ ਬੱਚਾ ਅਪਲਾਈ ਕਰਦਾ ਤਾਂ ਉਹ ਸੈਟੀਸਫਾਈ ਤਾਂ ਹੀ ਹੁੰਦਾ ਜਦੋਂ ਉਹਨੂੰ ਸਰਵਿਸ ਚੰਗੀ ਮਿਲਦੀ ਹੈ। ਅੱਜ ਯੂਐਸ ਦੇ ਪੈਕੇਜ ਚੱਲ ਰਹੇ ਨੇ। ਯੂਐਸ 'ਚ ਕਿੰਨੇ ਕੁ ਬੰਦੇ ਨੇ ਜਿਹੜੇ ਕਹਿੰਦੇ ਨੇ ਕਿ ਪਹਿਲਾਂ ਕੋਈ ਪੈਸਾ ਨਹੀਂ ਲੈਣਾ, ਸਾਰੇ ਪੈਸੇ ਤੁਸੀਂ ਵੀਜ਼ੇ ਤੋਂ ਬਾਅਦ ਦੇਣੇ ਨੇ। ਯੂਐਸ ਦੇ ਵਿੱਚ ਹਰੇਕ ਬੰਦਾ ਕਹਿੰਦਾ ਕਿ ਤੁਹਾਡਾ 40-50 ਹਜ਼ਾਰ ਖਰਚਾ ਪਹਿਲਾਂ ਆਉਣਾ, ਕਿਉਂਕਿ ਜਿਹੜੀ I-20 ਸਰਵਿਸ ਫੀਸ, ਐਮਬੈਸੀ ਫੀਸ ਉਹਨਾਂ ਬੱਚੇ ਕੋਲੋਂ ਲੈਣੀਆਂ ਨੇ, ਉਹ ਕਿਸੇ ਏਜੰਟ ਦੇ ਕੋਲੋਂ ਨਹੀਂ ਭਰਾਉਣੀ। ਅੱਜ ਮੈਂ ਵੀ 50,000 ਰੁਪਏ ਪਹਿਲਾਂ ਲੈ ਕੇ ਕੰਮ ਕਰਦਾ ਕਿ ਮੈਨੂੰ ਪਤਾ ਖਰਚੇ ਆਉਣੇ ਨੇ। ਵੀਜ਼ੇ ਦੀ ਸ਼ੋਰਟੀ ਹਰ ਇੱਕ ਦੀ ਨਹੀਂ ਹੈਗੀ, ਕਈ ਵਾਰੀ ਚੰਗੇ ਭਲੇ ਬੱਚੇ ਦਾ ਰਿਫਿਊਜ਼ ਹੋ ਰਿਹਾ। ਸੋ ਇਸ ਕਰਕੇ ਇਹ ਚੀਜ਼ਾਂ ਧਿਆਨ ਰੱਖਿਆ ਕਰੋ, ਏਜੰਟ ਪੈਕੇਜ ਤੋਂ ਮਨਾ ਕਦੋਂ ਕਰਦਾ ਔਰ ਹਾਂ ਕਦੋਂ ਕਰਦਾ ਜੀ। ਸੋ ਸਮਾਂ ਜਿਹੜਾ ਖਤਮ ਹੋਣ ਕਰਕੇ ਪ੍ਰੋਗਰਾਮ ਨੂੰ ਇੱਥੇ ਖਤਮ ਕਰਨਾ ਪਏਗਾ। ਸ਼ੁਕਰੀਆ ਸਰ ਗੱਲਬਾਤ। ਧੰਨਵਾਦ ਕੁਲਦੀਪ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜੇ ਪ੍ਰੋਗਰਾਮ ਨੂੰ ਦੇਖ ਰਹੇ ਸੀ। ਨੰਬਰ ਦਿਖਾਇਆ ਜਾ ਰਿਹਾ ਹੈ, ਫੋਨ ਕਰਕੇ ਗੱਲਬਾਤ ਕਰਕੇ ਸਿੱਧਾ ਜਿਹੜਾ ਕੰਟੈਕਟ ਕੀਤਾ ਜਾ ਸਕਦਾ ਹੈ। ਫਿਲਹਾਲ ਦੇ ਲਈ ਮੈਨੂੰ ਦਿਓ ਆ ਗਿਆ। ਸਤਿ ਸ਼੍ਰੀ ਅਕਾਲ।